ਵਾਹ! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਰਾਮਕਲੀ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 16 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 17 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। 17 ਨੰਬਰ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 955 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਸਾਵਣ ਰਾਤ ਆਹਾੜ ਦੇਹ, ਕਾਮ ਕ੍ਰੋਧ ਦੋਇ ਖੇਤ, ਲਬ ਵੱਤਰ ਦਰੋਗ ਬੀਓ, ਹਾਲੀ ਰਾਹ ਖੇਤ। ਸਾਵਣ ਰਾਤ, ਰਾਤ ਦਾ ਮਤਲਬ ਰਾਤਰੀ, ਆਹਾੜ ਦਾ ਮਤਲਬ ਹੈ ਹਾੜ ਦਾ ਮਹੀਨਾ, ਦੇਹ ਦਾ ਮਤਲਬ ਦਿਨ, ਦੋਏ ਦਾ ਮਤਲਬ ਦੋ, ਖੇਤ ਦਾ ਮਤਲਬ ਪੈਲੀ। ਤਾਂ ਇੱਥੇ ਮਨਮੁਖਾਂ ਦੀ ਖੇਤੀ ਗੁਰੂ ਪਾਤਸ਼ਾਹ ਜੀ ਦੱਸਦੇ ਨੇ। ਜਿਵੇਂ ਹਾੜੀ ਔਰ ਸੌਣੀ ਦੀ ਖੇਤੀ ਹੁੰਦੀ ਹੈ ਨਾ, ਤਾਂ ਸਾਵਣੀ ਤੇ ਹਾੜੀ ਦੇ ਫਸਲ ਰਾਤ ਅਤੇ ਦਿਨ ਨੇ, ਜਿਨ੍ਹਾਂ ਵਿੱਚ ਕਾਮ ਕ੍ਰੋਧ ਦੇ ਖੇਤ ਬੀਜੇ ਜਾਂਦੇ ਨੇ। ਭਾਵ ਜੋ ਦਿਨ ਰਾਤ ਵਿੱਚ ਵਿਸ਼ੇ ਵਿਕਾਰ ਇਕੱਠੇ ਕਰਦੇ ਨੇ, ਉਹਨਾਂ ਦੀ ਹਾੜੀ ਸੌਣੀ ਦੀ ਜਿਹੜੀ ਪੂੰਜੀ ਹੈ, ਉਹ ਇਹ ਵਿਕਾਰਾਂ ਦੀ ਹੀ ਉਹਨਾਂ ਦੀ ਪੂੰਜੀ ਬਣੀ ਰਹਿੰਦੀ ਹੈ। ਸਾਵਣ ਰਾਤ ਯਾਨੀ ਜਿਸ ਜੀਵ ਦੀ ਰਾਤ ਸੌਣੀ ਦੀ ਫਸਲ ਹੈ ਔਰ ਕਾਮ ਜਿਸ ਦੀ ਪੈਲੀ ਹੈ, ਭਾਵ ਕਿ ਜੋ ਜੀਵ ਰੂਪ ਮਨੁੱਖ ਆਪਣੀ ਰਾਤ ਕਾਮ ਦੇ ਅਧੀਨ ਗੁਜ਼ਾਰਦਾ ਹੈ, ਕਾਮ ਵਾਸਨਾਵਾਂ ਦੇ ਅਧੀਨ। ਆਹਾੜ ਦੇਹ, ਜਿਹਦਾ ਦਿਨ ਹਾੜੀ ਦੀ ਫਸਲ ਹੈ ਤੇ ਕ੍ਰੋਧ ਉਹਦੀ ਪੈਲੀ ਹੈ, ਭਾਵ ਜੋ ਦਿਨ ਸਮੇਂ ਕ੍ਰੋਧ ਦੇ ਅਧੀਨ ਬਿਤਾਉਂਦਾ ਹੈ। ਹੁਣ ਸਾਉਣੀ ਹਾੜੀ ਦੀ ਫਸਲ ਹੁੰਦੀ ਹੈ ਨਾ, ਸਾਉਣੀ ਦੇ ਵਿੱਚ ਝੋਨਾ ਵਗੈਰਾ ਲੋਕ ਬੀਜਦੇ ਨੇ ਤੇ ਹਾੜੀ ਦੀ ਫਸਲ ਦੇ ਵਿੱਚ ਆ ਕਣਕ ਵਗੈਰਾ ਹੁੰਦੀ ਹੈ। ਤੇ ਗੁਰੂ ਜੀ ਕਹਿੰਦੇ ਨੇ ਜਿਨਨੇ ਦਿਨ ਔਰ ਰਾਤ ਨੂੰ ਸਿਰਫ ਵਿਕਾਰ ਬੀਜਣ ਵਾਸਤੇ ਹੀ ਬਣਾ ਲਿਆ ਹੈ, ਰਾਤ ਉਹਦੀ ਕਾਮ ਵਾਸਨਾਵਾਂ ਦੇ ਵਿੱਚ ਲੰਘ ਜਾਂਦੀ ਹੈ, ਦਿਨ ਕ੍ਰੋਧ ਦੇ ਅੰਦਰ ਲੰਘ ਜਾਂਦਾ ਹੈ। ਇਹ ਉਹਨੇ ਆਪਣੇ ਖੇਤ ਬਣਾਏ ਹੋਏ ਨੇ, ਕਾਮ ਔਰ ਕ੍ਰੋਧ ਖੇਤ ਬਣਾਏ ਨੇ। ਰਾਤ ਜਿਹੜੀ ਹੈ ਸੌਣੀ ਦੀ ਫਸਲ ਹੈ ਔਰ ਹਾੜ ਜਿਹੜਾ ਹੈ, ਦਿਨ ਜਿਹੜਾ ਹੈ ਉਹ ਹਾੜ ਦੀ ਫਸਲ ਹੈ, ਤੇ ਕਾਮ ਔਰ ਕ੍ਰੋਧ ਦੇ ਖੇਤ ਬੀਜ ਰਿਹਾ ਹੈ। ਮਤਲਬ ਜੇ ਸੌਖੇ ਭਾਵ ਨਾਲ ਸਮਝਣਾ ਹੋਵੇ, ਹੋਰ ਸੌਖੀ ਲੈਂਗੁਏਜ ਵਿੱਚ, ਤਾਂ ਅਸੀਂ ਕਹਿ ਸਕਦੇ ਹਾਂ ਜਿਹੜਾ ਦਿਨ ਰਾਤ ਵਿਸ਼ੇ ਵਿਕਾਰਾਂ ਦੀ ਪੂੰਜੀ ਇਕੱਠੀ ਕਰ ਰਿਹਾ ਹੈ, ਫਸਲ ਇਕੱਠੀ ਕਰ ਰਿਹਾ ਹੈ, ਵਿਕਾਰਾਂ ਦੇ ਬੀਜ ਬੀਜ ਰਿਹਾ ਹੈ। ਤੇ ਜਿਵੇਂ ਖੇਤੀ ਬੀਜਣ ਵਾਸਤੇ ਵੱਤਰ ਚਾਹੀਦਾ ਹੈ, ਲੱਭ ਵੱਤਰ। ਵੱਤਰ ਦਾ ਮਤਲਬ ਹੁੰਦਾ ਹੈ ਕਿ ਜ਼ਮੀਨ ਦੇ ਵਿੱਚ ਗਿੱਲ ਕਿੰਨੀ ਕੁ ਚਾਹੀਦੀ ਹੈ। ਜੇ ਜ਼ਮੀਨ ਬਹੁਤ ਜ਼ਿਆਦਾ ਗਿੱਲੀ ਹੋਵੇ, ਉਹਦੇ ਵਿੱਚ ਬੀਜ ਬੀਜਿਆਂ ਬੀਜ ਗਲ ਜਾਂਦਾ ਹੈ, ਤੇ ਜੇ ਮਿੱਟੀ ਸੁੱਕੀ ਖੁਸ਼ਕ ਹੋਵੇ ਤੇ ਉਹਦੇ ਵਿੱਚ ਬੀਜ ਉਗਦਾ ਨਹੀਂ। ਇਸ ਲਈ ਮੀਡੀਅਮ ਜਿਹਾ ਜਿਹੜਾ ਹੈ ਨਾ ਵੱਤਰ ਚਾਹੀਦਾ ਹੈ। ਦਰੋਗ ਦਾ ਮਤਲਬ ਹੈ ਝੂਠ, ਬੀਓ ਦਾ ਮਤਲਬ ਬੀਜ, ਹਾਲੀ ਰਾਹਕ ਦਾ ਮਤਲਬ ਹਲਵਾਨ ਵਾਲਾ। ਹਾਲੀ ਰਾਹਕ ਦਾ ਮੀਨਿੰਗ ਹੈਗਾ ਹਲਵਾਨ ਵਾਲਾ। ਹੇਤ ਦਾ ਮਤਲਬ ਇੱਥੇ ਹੈਗਾ ਮੋਹ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਜੀਵ ਲਈ ਲੱਭ ਵੱਤਰ ਦਾ ਕੰਮ ਕਰਦਾ ਹੈ, ਲੱਭ ਦਾ ਮਤਲਬ ਖਾਣ ਪੀਣ ਦੇ ਜੋ ਚਸਕੇ ਨੇ, ਉਹਦੀ ਜ਼ਿੰਦਗੀ ਵਿੱਚ ਇਹ ਹੈ ਦਰੋਗ ਬੀਓ, ਤੇ ਜਿਸ ਦਾ ਫਸਲ ਦਾ ਬੀਜ ਜਿਹੜਾ ਹੈ ਉਹ ਝੂਠ ਹੈ, ਭਾਵ ਕਿ ਉਹ ਝੂਠ ਦੇ ਬੀਜ ਬੀਜ ਰਿਹਾ ਹੈ। ਹਾਲੀ ਰਾਹਕ ਹੇਤ, ਤੇ ਖੇਤ ਵਾਹਣ ਵਾਲਾ ਜਿਹੜਾ ਹਲਵਾਨ ਵਾਲਾ ਹਾਲੀ ਹੈ ਨਾ, ਉਹ ਹੈ ਮੋਹ। ਜਿਸ ਜੀਵ ਲਈ ਲੱਭ ਵੱਤਰ ਦਾ ਕੰਮ ਦਿੰਦਾ ਹੈ, ਝੂਠ ਜਿਸ ਜੀਵ ਦੇ ਫਸਲ ਲਈ ਬੀਜ ਹੈ, ਯਾਨੀ ਜੋ ਲੱਭ ਦਾ ਪ੍ਰੇਰਿਆ ਹੋਇਆ ਝੂਠ ਬੋਲਦਾ ਹੈ, ਔਰ ਜਿਸ ਦੀ ਜ਼ਿੰਦਗੀ ਦੇ ਅੰਦਰ ਮੋਹ ਸਵਾਰਥ, ਇਹ ਹਲਵਾਨ ਵਾਲਾ ਹੈ। ਯਾਨੀ ਜੇ ਅਸੀਂ ਸੌਖੀ ਭਾਸ਼ਾ ਵਿੱਚ ਹੋਰ ਸੌਖਾ ਕਰਕੇ ਸਮਝੀਏ ਤਾਂ ਜਿਸ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਲੱਭ ਹੈ, ਖਾਣ ਪੀਣ ਦੇ ਚਸਕਿਆਂ ਵਿੱਚ ਜਿਹੜਾ ਲੱਗਾ ਰਹਿੰਦਾ ਹੈ, ਸਾਰੀ ਜ਼ਿੰਦਗੀ ਜਿਹੜਾ ਝੂਠ ਬੋਲਦਾ ਹੈ, ਔਰ ਜਿਸ ਬੰਦੇ ਦੇ ਜੀਵਨ ਦੇ ਅੰਦਰ ਮੋਹ ਹੈ, ਜੋ ਸਵਾਰਥੀ ਹੈ। ਹਲ ਵੀ ਚਾਰ,
ਵਿਕਾਰ ਮਨ ਹੁਕਮੀ ਖੱਟੇ ਖਾਏ। ਇੱਥੇ ਮਨ ਦਾ ਮਤਲਬ ਹੈ ਬੋਲ। ਜਦੋਂ ਅਸੀਂ ਕੋਈ ਕਿਸਾਨ ਫਸਲ ਬੀਜਦਾ ਹੈ, ਫਸਲ ਪੱਕਦੀ ਹੈ, ਫਸਲ ਨੂੰ ਵੱਢ ਕੇ ਗਾਹਿਆ ਜਾਂਦਾ ਹੈ ਜਾਂ ਮਸ਼ੀਨ ਰਾਹੀਂ ਦਾਣੇ ਅਲੱਗ ਕੀਤੇ ਜਾਂਦੇ ਨੇ, ਤਾਂ ਜਿਹੜਾ ਦਾਣਿਆਂ ਦਾ ਢੇਰ ਹੁੰਦਾ ਹੈ ਉਹਨੂੰ ਕਹਿੰਦੇ ਨੇ ਬੋਲ। ਇੱਥੇ ਮਨ ਦਾ ਮਤਲਬ ਹੈ ਬੋਲ। ਹਲ ਵਿਚਾਰ, ਵਿਚਾਰ ਦਾ ਮਤਲਬ ਵਿਕਾਰਾਂ ਵਾਲੇ ਵਿਚਾਰ, ਹਮੇਸ਼ਾ ਵਿਕਾਰਾਂ ਵਾਲੇ ਵਿਚਾਰ, ਨੈਗੇਟਿਵ ਥਿੰਕਿੰਗ, ਪਾਪ ਅਪਰਾਧ ਵਾਲੇ ਵਿਚਾਰ, ਇਹ ਉਹਦਾ ਹਾਲ ਬਣਿਆ ਹੋਇਆ ਹੈ। ਵਿਕਾਰ ਮਨ, ਤੇ ਵਿਕਾਰਾਂ ਦਾ ਉਹਨੇ ਬੋਲ ਭਾ ਲਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾਂ ਦਾ ਢੇਰ ਇਕੱਠਾ ਕਰ ਲਿਆ। ਤੇ ਹੁਣ ਜਿਹੜਾ ਬੋਲ ਬੈਠਾ ਹੁੰਦਾ ਨਾ, ਦਾਣਿਆਂ ਦਾ ਢੇਰ ਹੁੰਦਾ ਹੈ, ਉਸ ਢੇਰ ਨੂੰ ਫਿਰ ਕਿਸਾਨ ਘਰ ਲਿਜਾਂਦਾ ਹੈ ਤੇ ਉਸ ਢੇਰ ਦੇ ਵਿੱਚੋਂ ਫਿਰ ਦਾਣੇ ਪੀਸ ਕੇ ਰੋਟੀ ਪਾਣੀ ਬਣਾਈ ਜਾਂਦੀ ਹੈ, ਪ੍ਰਸ਼ਾਦਾ ਪਾਣੀ ਛਕਿਆ ਜਾਂਦਾ ਹੈ। ਇਸੇ ਤਰ੍ਹਾਂ ਮੋਹ ਜਿਸ ਜੀਵ ਲਈ ਹਲ ਵਾਹੁਣ ਵਾਲਾ ਹੈ, ਬੀਜ ਬੀਜਣ ਵਾਲਾ ਹੈ, ਵਿਕਾਰਾਂ ਦੀ ਵਿਚਾਰ ਜਿਸ ਦਾ ਹਲ ਹੈ, ਵਿਕਾਰਾਂ ਦਾ ਬੋਲ ਜਿਸ ਨੇ ਇਕੱਠਾ ਕੀਤਾ ਹੈ, ਹੁਕਮੀ ਖੱਟੇ ਖਾਏ ਦਾ ਮਤਲਬ ਹੈ ਕਿ ਉਹ ਰੱਬੀ ਹੁਕਮ ਦੇ ਅੰਦਰ, ਰੱਬੀ ਭਾਣੇ ਦੇ ਅੰਦਰ ਜੋ ਕੁਝ ਉਸਨੇ ਖੱਟਿਆ ਹੈ, ਰੱਬੀ ਭਾਣੇ ਦੇ ਅੰਦਰ ਫਿਰ ਉਹਨੂੰ ਖਾਣਾ ਪੈਂਦਾ ਹੈ। ਰੱਬੀ ਰਜ਼ਾ ਦੇ ਅੰਦਰ, ਕੁਦਰਤ ਦੇ ਨੇਮਾਂ ਵਿੱਚ ਜੋ ਕੁਝ ਉਸਨੇ ਖੱਟਿਆ ਹੁੰਦਾ ਹੈ ਨਾ, ਵਿਕਾਰ, ਫਿਰ ਉਹਨਾਂ ਨੂੰ ਖਾਂਦਾ ਹੈ। ਖਾਂਦਾ ਦਾ ਮਤਲਬ ਉਹਨਾਂ ਵਿਕਾਰਾਂ ਦਾ ਜੋ ਫਲ ਹੈ ਨਾ, ਦੁੱਖ, ਉਹ ਇਨਸਾਨ ਫਿਰ ਦੁੱਖ ਭੋਗਦਾ ਹੈ। ਸਾਰੀ ਜ਼ਿੰਦਗੀ ਉਹਦੀ ਦੁੱਖਾਂ ਦੇ ਅੰਦਰ ਗੁਜ਼ਰ ਜਾਂਦੀ ਹੈ। ਕਿਹਦੀ ਗੁਜ਼ਰ ਜਾਂਦੀ ਹੈ? ਜਿਹੜਾ ਦਿਨ ਰਾਤ ਵਿਕਾਰਾਂ ਵਿੱਚ ਹੈ, ਕਾਮ ਵਾਸਨਾ ਵਿੱਚ ਫਸਿਆ ਹੈ, ਜਿਸ ਦੀ ਜ਼ਿੰਦਗੀ ਵਿੱਚ ਕ੍ਰੋਧ ਹੈ, ਜਿਹਦੇ ਅੰਦਰ ਖਾਣ ਦੇ ਚਸਕੇ ਨੇ, ਜੋ ਹਮੇਸ਼ਾ ਝੂਠ ਬੋਲਦਾ ਹੈ, ਜਿਸ ਦੇ ਅੰਦਰ ਮੋਹ ਔਰ ਸਵਾਰਥ ਹੈ, ਜਿਹਦੇ ਵਿਚਾਰ ਨੈਗੇਟਿਵ ਨੇ, ਵਿਕਾਰਾਂ ਵਾਲੇ ਨੇ, ਔਰ ਉਹਨੇ ਵਿਕਾਰ ਇਕੱਠੇ ਕਰ ਲਏ ਨੇ, ਰੱਬੀ ਰਜ਼ਾ ਦੇ ਅੰਦਰ ਫਿਰ ਉਹਨਾਂ ਵਿਕਾਰਾਂ ਦਾ ਜੋ ਫਲ ਹੈ ਉਹ ਭੋਗਦਾ ਹੈ। ਖੱਟੇ ਖਾਏ ਦਾ ਮਤਲਬ ਖੱਟਦਾ ਹੈ, ਜੋ ਕੁਛ ਉਹਨੇ ਖੱਟਿਆ ਹੈ, ਇਕੱਠਾ ਕੀਤਾ ਹੈ, ਉਹਨੂੰ ਫਿਰ ਉਹ ਖਾਂਦਾ ਹੈ, ਉਹਨੂੰ ਉਹ ਦੁੱਖ ਭੋਗਣੇ ਪੈਂਦੇ ਨੇ। ਤਾਂ ਜੋ ਵੀ ਇਨਸਾਨ ਵਿਕਾਰ ਕਮਾਏਗਾ, ਰੱਬੀ ਰਜ਼ਾ ਭਾਣੇ ਦੇ ਅੰਦਰ ਉਹਨੂੰ ਵਿਕਾਰਾਂ ਦਾ ਫਲ ਦੁੱਖਾਂ ਦੇ ਰੂਪ ਦੇ ਅੰਦਰ ਭੋਗਣਾ ਪਵੇਗਾ। ਨਾਨਕ ਲੇਖੈ ਮੰਗਿਆ ਔਤ ਜਣੇਂਦਾ ਜਾਏ। ਔਤ ਦਾ ਮਤਲਬ ਹੁੰਦਾ ਹੈ ਅਪੁੱਤਰਾ, ਜਿਹਦੇ ਘਰ ਸੰਤਾਨ ਨਾ ਹੋਵੇ, ਕੋਈ ਧੀ ਪੁੱਤਰ ਨਾ ਹੋਵੇ, ਉਹਨੂੰ ਲੋਕ ਕਹਿੰਦੇ ਨੇ ਔਂਤਰਾ ਨਖੱਤਰਾ। ਔਂਤਰਾ ਉਹਨੂੰ ਕਹਿੰਦੇ ਨੇ ਜਿਸ ਦੇ ਘਰ ਕੋਈ ਧੀ ਪੁੱਤਰ ਨਾ ਹੋਵੇ, ਸੰਤਾਨ ਨਾ ਹੋਵੇ, ਸੰਤਾਨਹੀਣਾ। ਜਣੇਂਦਾ ਦਾ ਮਤਲਬ ਜਣਨ ਵਾਲਾ। ਲੇਖੈ ਮੰਗਿਆ ਦਾ ਮਤਲਬ ਲੇਖਾ ਮੰਗਿਆ, ਜਦੋਂ ਲੇਖਾ ਮੰਗਿਆ ਜਾਂਦਾ ਸੀ। ਹੁਣ ਲੇਖਾ ਮੰਗੇ ਜਾਣ ਦਾ ਮਤਲਬ ਕਿ ਜਦੋਂ ਸਾਰੀ ਜ਼ਿੰਦਗੀ ਦਾ ਬੰਦਾ ਲੇਖਾ ਜੋਖਾ ਕਰਦਾ ਹੈ ਨਾ, ਕਿ ਸਾਰੀ ਜ਼ਿੰਦਗੀ ਵਿਸ਼ੇ ਵਿਕਾਰ ਕਮਾਏ, ਕਾਮ, ਕ੍ਰੋਧ, ਲੱਭ, ਝੂਠ, ਪਾਪ, ਠੱਗੀਆਂ, ਤੇ ਜਦੋਂ ਸਾਰੀ ਜ਼ਿੰਦਗੀ ਦਾ ਲੇਖਾ ਜੋਖਾ ਕੀਤਾ ਕਿ ਹੁਣ ਦੁੱਖ ਭੋਗ ਰਿਹਾ ਹੈ, ਤਾਂ ਲੇਖਾ ਜੋਖਾ ਜਿੱਥੇ ਮੰਗਿਆ ਜਾਂਦਾ ਹੈ, ਜਦੋਂ ਜ਼ਿੰਦਗੀ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ, ਤਾਂ ਉਦੋਂ ਔਂਤਰਾ ਜਾਂਦਾ ਹੈ। ਔਂਤਰਾ ਜਾਣ ਦਾ ਮਤਲਬ ਕਿ ਉਹਨੇ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਧੀ ਪੁੱਤਰ ਭਾਵ ਸ਼ੁਭ ਗੁਣ ਪੈਦਾ ਨਹੀਂ ਕੀਤਾ, ਸਤ ਸੰਤੋਖ ਦਇਆ ਧਰਮ ਪੈਦਾ ਨਹੀਂ ਕੀਤਾ, ਮਤਲਬ ਖਾਲੀ ਚਲਾ ਗਿਆ, ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾ ਗਿਆ। ਔਤ ਜਣੇਂਦਾ ਜਾਏ ਦਾ ਮਤਲਬ ਹੈਗਾ ਕਿ ਉਹ ਇਨਸਾਨ ਇਸ ਦੁਨੀਆ ਤੋਂ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾ ਕੇ ਚਲਾ ਜਾਂਦਾ ਹੈ। ਆਪਣੀ ਜ਼ਿੰਦਗੀ ਵਿੱਚ ਉਹਨੇ ਕੋਈ ਖੱਟੀ ਨਹੀਂ ਖੱਟੀ, ਆਪਣੇ ਜੀਵਨ ਨੂੰ ਉਹਨੇ ਸਫਲ ਨਹੀਂ ਕੀਤਾ, ਸਮਾਜ ਨੂੰ ਕੁਝ ਦੇਣ ਨਹੀਂ ਦਿੱਤੀ, ਕਿ ਜਿਹੜੀ ਉਹਦੀ ਦਿੱਤੀ ਹੋਈ ਦੇਣ, ਉਹਦੀ ਦਿੱਤੀ ਹੋਈ ਸੇਧ ਦੇ ਪਿੱਛੇ ਸਮਾਜ ਚੱਲ ਕੇ ਕੋਈ ਚੰਗੀ ਜ਼ਿੰਦਗੀ ਜੀ ਸਕੇ। ਇਹੋ ਜਿਹਾ ਕੁਝ ਕਰਕੇ ਨਹੀਂ ਜਾਂਦਾ, ਇਸ ਦੁਨੀਆ ਤੋਂ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾ ਕੇ ਚਲਾ ਜਾਂਦਾ ਹੈ। ਮਹਿਲਾ ਪਹਿਲਾ। ਹੁਣ ਦੂਜੇ ਪਾਸੇ ਉਹਨਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਫਲ ਕੀਤਾ ਹੈ। ਇੱਥੇ ਵੀ ਮਿਸਾਲ ਖੇਤੀ ਵਾਲੀ ਹੀ ਲੈ ਰਹੇ ਨੇ। ਭਉ ਭੁਏ, ਇਹਨੂੰ ਭਉ ਨਹੀਂ ਪੜਨਾ, ਭਉ ਪੜਨਾ ਹੈ। ਭਉ ਭੁਏ, ਪਵਿੱਤ ਪਾਣੀ, ਸਤ ਸੰਤੋਖ ਬਲੇਦ। ਭੁਏ ਦਾ ਮਤਲਬ ਪੈਲੀ, ਪਵਿੱਤ ਦਾ ਮਤਲਬ ਇੱਥੇ ਹੈਗਾ ਸ਼ੁੱਧ ਆਚਰਨ,
ਪਵਿੱਤਰਤਾ, ਹਿਰਦੇ ਦੀ ਪਵਿੱਤਰਤਾ, ਉੱਚਾ ਸੁੱਚਾ ਆਚਰਨ, ਪਵਿੱਤਰ ਸੋਚ। ਤੇ ਬਲੇਦ ਦਾ ਮਤਲਬ ਹੈਗਾ ਬਲਦ, ਢੱਗੇ, ਬੈਲ। ਭਉ ਦਾ ਮਤਲਬ ਡਰ, ਅਦਬ। ਜੇ ਪ੍ਰਭੂ ਦਾ ਡਰ, ਅਦਬ ਪੈਲੀ ਬਣ ਜਾਏ, ਪਵਿੱਤ ਪਾਣੀ, ਤੇ ਉਸ ਪੈਲੀ ਦੇ ਅੰਦਰ ਉੱਚੇ ਆਚਰਨ ਦਾ ਪਾਣੀ ਹੋਵੇ, ਪ੍ਰਭੂ ਦੇ ਡਰ ਅਦਬ ਨੂੰ ਪੈਲੀ ਬਣਾਏ, ਔਰ ਉਸ ਪੈਲੀ ਵਾਸਤੇ ਉੱਚੇ ਆਚਰਨ ਦਾ ਪਾਣੀ ਹੋਵੇ, ਕਰੈਕਟਰਲੈਸ ਨਾ ਹੋਵੇ ਬੰਦਾ, ਉੱਚਾ ਆਚਰਨ ਹੋਵੇ, ਉੱਚੀ ਸੋਚ ਹੋਵੇ, ਸੋਚ ਉਹਦੀ ਪਵਿੱਤਰ ਹੋਵੇ। ਸਤ ਸੰਤੋਖ ਬਲੇਦ, ਔਰ ਸਤ ਔਰ ਸੰਤੋਖ ਨੂੰ ਪੈਲੀ ਵਾਣ ਵਾਸਤੇ ਬਲਦ ਬਣਾਏ। ਜਿਵੇਂ ਕਿਸਾਨ ਪੈਲੀ ਵਾਹੁੰਦਾ ਹੈ, ਬਲਦ ਉਹਨੂੰ ਚਾਹੀਦੇ ਨੇ, ਹਲ ਚਾਹੀਦੇ ਨੇ, ਫਿਰ ਉਹ ਬੀਜ ਬੀਜਦਾ ਹੈ, ਫਿਰ ਉਹਦੇ ਘਰ ਫਸਲ ਆਉਂਦੀ ਹੈ। ਤਾਂ ਗੁਰੂ ਜੀ ਇੱਥੇ ਸਾਨੂੰ ਗੁਣ ਦੱਸ ਰਹੇ ਨੇ ਕਿ ਰੱਬੀ ਅਦਬ ਦੇ ਵਿੱਚ ਰਹਿਣਾ ਇਹ ਜ਼ਮੀਨ ਹੋਵੇ, ਉੱਚਾ ਆਚਰਨ ਇਹ ਪਾਣੀ ਹੋਵੇ, ਸਤ ਔਰ ਸੰਤੋਖ ਬਲਦ ਹੋਣ। यानी रब्बी अदब, ਉੱਚੀ ਸੋਚ ਔਰ ਸਤ ਸੰਤੋਖ ਆਦਿਕ ਗੁਣਾਂ ਦਾ ਮਨੁੱਖ ਧਾਰਨੀ ਹੋਵੇ। ਹਲ ਹਲੇਮੀ, ਹਾਲੀ ਚਿੱਤ, ਚੇਤਾਵਤਰ, ਵਕਤ ਸੰਜੋਗ। ਇਸ ਤੇ ਵਿਸਰਾਮ ਇੱਥੇ ਆਣਗੇ, ਧਿਆਨ ਦਿਓ। ਆਮ ਕਰਕੇ ਵਿਸਰਾਮ ਲਾਏ ਜਾਂਦੇ ਨੇ ਹਲ ਹਲੇਮੀ, ਹਾਲੀ ਚਿੱਤ, ਚੇਤਾ। ਐਵੇਂ ਨਹੀਂ, ਹਲ ਹਲੇਮੀ, ਹਾਲੀ ਚਿੱਤ, ਚੇਤਾਵਤਰ, ਵਕਤ ਸੰਜੋਗ। ਹਲੇਮੀ ਦਾ ਮਤਲਬ ਨਿਮਰਤਾ, ਸੰਜੋਗ ਦਾ ਮਤਲਬ ਹੈ ਗੁਰੂ ਦੇ ਨਾਲ ਮਿਲਾਪ, ਚੇਤਾ ਦਾ ਮਤਲਬ ਯਾਦ, ਤੇ ਵਕਤ ਦਾ ਮਤਲਬ ਹੈ ਟਾਈਮ, ਵਕਤ, ਬੀਜਣ ਦਾ ਸਮਾਂ। ਕਿਉਂਕਿ ਫਸਲ ਬੀਜਣ ਦਾ ਵੀ ਮੌਸਮ ਹੁੰਦਾ ਹੈ, ਸਮਾਂ ਹੁੰਦਾ ਹੈ। ਜੇ ਸਮੇਂ ਤੋਂ ਪਹਿਲਾਂ ਬੀਜੋਗੇ ਤਾਂ ਫਸਲ ਨਹੀਂ ਉੱਗੇਗੀ, ਸਮਾਂ ਨਿਕਲਣ ਤੋਂ ਬਾਅਦ ਬੀਜੋਗੇ ਤਾਂ ਫਸਲ ਨਹੀਂ ਉੱਗੇਗੀ। ਜੇ ਉੱਗੇਗੀ ਤਾਂ ਉਹ ਚੰਗੀ ਤਰ੍ਹਾਂ ਫਲੀਭੂਤ ਨਹੀਂ ਹੋਏਗੀ। ਟਾਈਮ ਹੈ ਹਰ ਚੀਜ਼ ਦਾ। ਹਲ ਹਲੇਮੀ ਤਾਂ ਗੁਰੂ ਜੀ ਕਹਿੰਦੇ ਨੇ ਨਿਮਰਤਾ ਦਾ ਹਲ ਹੋਵੇ, ਬੰਦੇ ਦੇ ਅੰਦਰ ਨਿਮਰਤਾ ਹੋਵੇ। ਹਾਲੀ ਚਿੱਤ, ਚਿੱਤ ਦਾ ਮਤਲਬ ਰੱਬੀ ਗੁਣਾਂ ਦੀ ਯਾਦ, ਰੱਬੀ ਗੁਣਾਂ ਦਾ ਨੂੰ ਯਾਦ ਰੱਖਣਾ, ਇਹ ਹਾਲੀ ਬਣੇ। ਚੇਤਾਵਤਰ, ਚਿੱਤ ਨੂੰ ਹਾਲੀ ਬਣਾਏ, ਜੋ ਯਾਦ ਹੈ ਉਹਨੂੰ ਹਾਲੀ ਬਣਾਏ। ਚੇਤਾਵਤਰ, ਤੇ ਰੱਬ ਦੇ ਗੁਣਾਂ ਨੂੰ ਚੇਤੇ ਰੱਖਣਾ, ਚੇਤੇ ਵਿੱਚ ਰੱਖਣਾ, ਇਹ ਵੱਤਰ ਹੋਵੇ। ਵਕਤ ਸੰਜੋਗ, ਔਰ ਗੁਰੂ ਦਾ ਜੋ ਮਿਲਾਪ ਹੈ ਇਹਨੂੰ ਵਕਤ ਬਣਾਏ, ਇਹ ਵਕਤ ਹੈ ਮਿਲਾਪ ਦਾ। ਨਿਮਰਤਾ ਦਾ ਹਲ ਹੋਵੇ, ਚਿੱਤ ਹਲਵਾਉਣ ਵਾਲਾ ਹੋਵੇ, ਪ੍ਰਭੂ ਦੇ ਗੁਣਾਂ ਦੀ ਯਾਦ ਵੱਤਰ ਹੋਵੇ, ਔਰ ਗੁਰੂ ਦਾ ਮਿਲਾਪ ਬੀਜ ਬੀਜਣ ਦਾ ਸਮਾਂ ਹੋਵੇ। ਹੋ ਸਕਦਾ ਹੈ ਹੁਣ ਇਹ ਗੱਲ ਸਾਡੇ ਦਿਮਾਗ ਵਿੱਚ ਨਾ ਬੈਠੀ ਹੋਏ, ਤਾਂ ਇਹਨੂੰ ਆਪਾਂ ਸੌਖੇ ਤਰੀਕੇ ਨਾਲ ਸਮਝ ਲੈਂਦੇ ਹਾਂ ਕਿ ਜ਼ਿੰਦਗੀ ਦੇ ਅੰਦਰ ਨਿਮਰਤਾ ਹੋਵੇ, ਹਮੇਸ਼ਾ ਰੱਬੀ ਗੁਣਾਂ ਨੂੰ ਬੰਦਾ ਚੇਤੇ ਰੱਖੇ, ਔਰ ਗੁਰੂ ਦੇ ਨਾਲ ਮੇਲ ਜੋਲ ਰੱਖੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰੇ, ਗੁਰੂ ਦੀ ਪਾਵਨ ਬਾਣੀ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਕੇ ਸਾਨੂੰ ਸਮਝਾ ਰਹੇ ਨੇ। ਨਾਉ ਬੀਜ ਬਖਸ਼ੀਸ ਬੋਹਲ, ਦੁਨੀਆ ਸਗਲ ਦਰੋਗ। ਬੋਲ ਦਾ ਮਤਲਬ ਢੇਰ, ਜੋ ਪ੍ਰਾਪਤੀ ਹੋਣੀ ਹੈ, ਤੇ ਦਰੋਗ ਦਾ ਮਤਲਬ ਹੈਗਾ ਹੁੰਦਾ ਨਾਸ਼ਵੰਤ, ਝੂਠ, ਝੂਠ ਯਾਨੀ ਨਾਸ਼ਵੰਤ। ਨਾਮ ਦਾ ਬੀਜ ਬੀਜੇ, ਨਾਮ ਦਾ ਬੀਜ ਮਤਲਬ ਰੱਬੀ ਹੁਕਮ ਨੂੰ ਬੀਜ ਬਣਾਏ, ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਵੇ। ਤੇ ਜੇ ਇਹਨਾਂ ਸਾਰੇ ਗੁਣ ਜੋ ਪਿੱਛੇ ਗਿਣੇ ਨੇ ਇਹਨਾਂ ਦਾ ਬੰਦਾ ਧਾਰ ਨਹੀਂ ਹੋਏਗਾ ਤਾਂ ਬਖਸ਼ੀਸ ਬੋਹਲ, ਰੱਬ ਦੀ ਰਹਿਮਤ ਦਾ ਬੋਲ ਬਣੇਗਾ, ਢੇਰ ਇਕੱਠਾ ਹੋਏਗਾ ਸੁੱਖਾਂ ਦਾ। ਤੇ ਜਦੋਂ ਇਹ ਢੇਰ ਇਕੱਠਾ ਹੋਏਗਾ, ਇਹਨਾਂ ਚੀਜ਼ਾਂ ਨੂੰ ਵਰਤੇਗਾ, ਦੁਨੀਆ ਸਗਲ ਦਰੋਗ, ਸਾਰੀ ਦੁਨੀਆ ਦਾ ਜਿਹੜਾ ਮੋਹ ਹੈ ਨਾ, ਉਹ ਫਿਰ ਇਹਨੂੰ ਝੂਠਾ ਪ੍ਰਤੀਤ ਹੋਏਗਾ। ਦੁਨੀਆ ਦਰੋਗ ਦਾ ਮਤਲਬ ਦੁਨੀਆ ਦਾ ਜੋ ਮੋਹ ਹੈ, ਜਿਹੜੇ ਵਿਸ਼ੇ ਵਿਕਾਰ ਪਿਛਲੇ ਸ਼ਲੋਕ ਵਿੱਚ ਗਿਣੇ ਨੇ, ਉਹ ਇਹਨੂੰ ਝੂਠੇ ਪ੍ਰਤੀਤ ਹੋਣਗੇ ਕਿ ਜਿਹੜਾ ਦੁਨੀਆ ਦਾ ਮੋਹ ਹੈ ਉਹ ਝੂਠ ਹੈ। ਤਾਂ ਇਹ ਸਾਨੂੰ ਇਸ ਸ਼ਲੋਕ ਦੇ ਵਿੱਚ ਗੁਰੂ ਜੀ ਇਹਦਾ ਰਿਜ਼ਲਟ ਦੱਸ ਰਹੇ ਨੇ ਅੱਗੇ। ਨਾਨਕ ਨਦਰੀ ਕਰਮ ਹੋਏ,
ਜਾਵੇ ਸਗਲ ਵਿਜੋਗ। ਕਰਮ ਦਾ ਮਤਲਬ ਮਿਹਰ। ਤਾਂ ਇਹ ਜੋ ਉਦਮ ਕਰਾਂਗੇ ਨਾ ਖੇਤੀਬਾੜੀ ਦਾ, ਬੀਜਣ ਦਾ, ਗੁਣ ਧਾਰਨ ਕਰਨ ਦਾ, ਤਾਂ ਇਸ ਉਦਮ ਦੇ ਨਾਲ ਰੱਬ ਦੀ ਮਿਹਰ ਹੋਏਗੀ, ਰਹਿਮਤ ਹੋਏਗੀ। ਤੇ ਰਹਿਮਤ ਦਾ ਰਿਜ਼ਲਟ ਕੀ ਹੈ? ਜਾਵੇ ਸਗਲ ਵਿਜੋਗ, ਸਾਰੇ ਵਿਛੋੜੇ ਦੂਰ ਹੋ ਜਾਣਗੇ, ਫਿਰ ਰੱਬ ਦੇ ਨਾਲ ਮਿਲਾਪ ਹੋ ਜਾਏਗਾ, ਫਿਰ ਜ਼ਿੰਦਗੀ ਦੇ ਅੰਦਰ ਵਿਛੋੜਾ ਨਹੀਂ ਰਹੇਗਾ, ਫਿਰ ਰੱਬ ਨਾਲੋਂ ਬੰਦਾ ਕਦੇ ਵਿਛੜੇਗਾ ਨਹੀਂ, ਉਹ ਬੰਦਾ ਰੱਬ ਵਰਗਾ ਹੀ ਹੋ ਜਾਏਗਾ। ਤਾਂ ਇਸ ਸ਼ਲੋਕ ਨੂੰ ਥੋੜਾ ਜਿਹਾ ਦੁਬਾਰਾ ਸਮਝ ਲਓ ਕਿ ਸਾਡੀ ਜ਼ਿੰਦਗੀ ਦੇ ਅੰਦਰ ਨਿਮਰਤਾ, ਯਾਨੀ ਪਹਿਲੀ ਗੱਲ ਪ੍ਰਭੂ ਦਾ ਭਉ, ਉੱਚਾ ਆਚਰਨ, ਸਤ ਔਰ ਸੰਤੋਖ, ਨਿਮਰਤਾ, ਰੱਬੀ ਗੁਣਾਂ ਨੂੰ ਚੇਤੇ ਰੱਖਣਾ, ਗੁਰੂ ਦਾ ਮਿਲਾਪ, ਰੱਬੀ ਹੁਕਮ ਵਿੱਚ ਰਹਿਣਾ ਔਰ ਦੁਨਿਆਵੀ ਮੋਹ ਨੂੰ ਨਾਸ਼ਵੰਤ ਜਾਣਨਾ। ਜਦੋਂ ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਵਾਂਗੇ ਤਾਂ ਸਾਡਾ ਪ੍ਰਭੂ ਨਾਲ ਮਿਲਾਪ ਹੋਏਗਾ, ਸਾਰੇ ਵਿਛੋੜੇ ਦੂਰ ਹੋ ਜਾਣਗੇ। ਅਗਲੀ ਗੱਲ, ਜੇ ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਈਏ, ਹਰ ਇਨਸਾਨ ਜੇ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਏ, ਤਾਂ ਜਿਹੜੇ ਸਾਡੇ ਵਿਛੋੜੇ ਨੇ, ਸਾਡੀਆਂ ਜੋ ਦੂਰੀਆਂ ਨੇ ਮਨੁੱਖਤਾ ਦੀਆਂ, ਉਹ ਦੂਰੀਆਂ ਵੀ ਖਤਮ ਹੋ ਸਕਦੀਆਂ ਨੇ। ਫਿਰ ਕੋਈ ਪਰਿਵਾਰ ਨਹੀਂ ਟੁੱਟੇਗਾ, ਫਿਰ ਕੋਈ ਰਿਸ਼ਤੇ ਬਿਖਰਨਗੇ ਨਹੀਂ, ਮਿੱਤਰਤਾ ਵਿੱਚ ਦਰਾਰਾਂ ਨਹੀਂ ਪੈਣਗੀਆਂ, ਇਨਸਾਨ ਇਨਸਾਨ ਤੋਂ ਦੂਰ ਨਹੀਂ ਹੋਏਗਾ। ਸਾਨੂੰ ਸੰਸਾਰਿਕ ਤੌਰ ਤੇ ਇਹ ਮਹਾਨ ਵੱਡਾ ਲਾਭ ਹੋਏਗਾ। ਇੱਕ ਭਾਈਚਾਰਕ ਸਮਾਜ ਦੀ ਸਿਰਜਣਾ ਹੋ ਜਾਏਗੀ। ਔਰ ਹਕੀਕਤ ਹੈ, ਦੇਖੋ ਕਿੰਨੇ ਸੋਹਣੇ ਢੰਗ ਦੇ ਨਾਲ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਦੋ ਤਰ੍ਹਾਂ ਦੀ ਖੇਤੀ ਹੈ। ਇੱਕ ਵਿਕਾਰਾਂ ਦੀ ਖੇਤੀ ਹੈ, ਐਨਰਜੀ ਉੱਥੇ ਵੀ ਯੂਜ਼ ਹੋਣੀ ਹੈ। ਇੱਕ ਗੁਣਾਂ ਲਈ ਉਦਮ ਹੈ, ਐਨਰਜੀ ਇੱਥੇ ਵੀ ਲੱਗਣੀ ਹੈ। ਜੇ ਵਿਕਾਰਾਂ ਵੱਲ ਆਪਣੀ ਐਨਰਜੀ ਲਗਾਓਗੇ ਤਾਂ ਸਮਾਂ ਵਿਅਰਥ ਹੋਏਗਾ, ਜ਼ਿੰਦਗੀ ਵਿੱਚ ਦੁੱਖ ਆਉਣਗੇ, ਵਿਛੋੜੇ ਹੋਣਗੇ, ਚਿੰਤਾਵਾਂ, ਪਰੇਸ਼ਾਨੀਆਂ ਹੋਣਗੀਆਂ। ਲੇਕਿਨ ਜੇ ਗੁਰੂ ਦੀ ਪਾਵਨ ਬਾਣੀ ਨੂੰ ਫੋਲੋ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਹੋਵੋਗੇ, ਜੀਵਨ ਵਿੱਚ ਸੁੱਖ ਆਏਗਾ, ਸ਼ਾਂਤੀ ਆਏਗੀ, ਪ੍ਰਸੰਨਤਾ ਆਏਗੀ, ਪ੍ਰਭੂ ਦਾ ਮਿਲਾਪ ਹੋਏਗਾ ਔਰ ਇਹ ਸੰਸਾਰ, ਸਾਡਾ ਸਮਾਜ ਔਰ ਪਰਿਵਾਰਕ ਜੀਵਨ ਵੀ ਸੁਖੀ ਹੋ ਜਾਏਗਾ। ਪੌੜੀ, ਮਨਮੁਖ ਮੋਹ ਗੁਬਾਰ ਹੈ, ਦੂਜੇ ਭਾਏ ਬੋਲੇ। ਗੁਬਾਰ ਦਾ ਮਤਲਬ ਡੂੰਘਾ ਹਨੇਰਾ, ਕੁੱਪ ਹਨੇਰਾ। ਭਾਏ ਦਾ ਮਤਲਬ ਭਾਵ ਵਿੱਚ, ਪਿਆਰ ਵਿੱਚ। ਦੂਜੇ ਦਾ ਮਤਲਬ ਮਾਇਆ ਦਾ ਜੋ ਮੋਹ ਹੈ, ਵਿਕਾਰਾਂ ਦਾ ਜੋ ਮੋਹ ਹੈ। ਮਨਮੁਖ ਦਾ ਮਤਲਬ ਆਪ ਹੁਦਰਾ। ਜੋ ਮਨੁੱਖ ਆਪ ਹੁਦਰਾ ਹੈ, ਆਪਣੇ ਮਨ ਦੀ ਮਰਜ਼ੀ ਕਰਦਾ ਹੈ, ਉਹਦੇ ਅੰਦਰ ਮੋਹ ਦਾ ਕੁੱਪ ਹਨੇਰਾ ਬਣਿਆ ਰਹਿੰਦਾ ਹੈ। ਉਹਦੇ ਅੰਦਰ ਸੈਲਫਿਸ਼ਨੈਸ ਹੁੰਦੀ ਹੈ, ਉਸ ਦੇ ਅੰਦਰ ਵਿਕਾਰਾਂ ਦੀ ਪਕੜ ਬੜੀ ਪ੍ਰਬਲ ਹੁੰਦੀ ਹੈ ਔਰ ਉਹ ਜਿੰਨੇ ਵੀ ਕਰਮ ਕਰਦਾ ਹੈ ਹਨੇਰੇ ਵਿੱਚ ਕਰਦਾ ਹੈ, ਭੁਲੇਖੇ ਵਿੱਚ ਕਰਦਾ ਹੈ, ਮਤਲਬ ਅਗਿਆਨਤਾ ਭਰੇ ਉਹ ਕਰਮ ਕਰਦਾ ਹੈ ਔਰ ਉਹਦੀ ਜਿੰਨੀ ਵੀ ਬੋਲ ਬਾਣੀ ਹੈ ਉਹ ਸਭ ਦੂਜੇ ਭਾਅ ਦੀ ਹੁੰਦੀ ਹੈ, ਮਾਇਆ ਦੇ ਮੋਹ ਵਿੱਚ ਬੋਲਦਾ ਹੈ, ਵਿਕਾਰੀ ਬੋਲ ਬੋਲਦਾ ਹੈ। ਦੂਜੇ ਭਾਏ ਸਦਾ ਦੁੱਖ ਹੈ, ਨਿਤ ਨੀਰ ਵਿਰੋਲੇ। ਦੂਜੇ ਭਾਏ ਦਾ ਮਤਲਬ ਰੱਬੀ ਗੁਣਾਂ ਨੂੰ ਛੱਡ ਕੇ ਕਿਸੇ ਹੋਰ ਦਾ ਮੋਹ, ਰੱਬੀ ਹੁਕਮ ਤੋਂ ਉਲਟ, ਰੱਬੀ ਗੁਣਾਂ ਨੂੰ, ਸਤ ਸੰਤੋਖ ਨੂੰ ਛੱਡ ਕੇ ਕਾਮ ਕ੍ਰੋਧ ਦੇ ਵਿੱਚ ਫਸਣਾ, ਇਨਸਾਨੀਅਤ ਨੂੰ ਛੱਡ ਕੇ ਗੈਰ ਇਨਸਾਨੀਅਤ ਵਾਲੀ ਜ਼ਿੰਦਗੀ ਜੀਣੀ, ਇਹਨੂੰ ਦੂਜਾ ਭਾਅ ਕਹਿੰਦੇ ਨੇ। ਅੰਦਰੋਂ ਹੋਰ ਤੇ ਬਾਹਰੋਂ ਹੋਰ। ਤਾਂ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਨੂੰ ਛੱਡ ਕੇ ਹੋਰ ਵਿਕਾਰਾਂ ਵਾਲੀ ਜ਼ਿੰਦਗੀ ਜੀਣੀ ਹੈ, ਇਹਦੇ ਵਿੱਚ ਨਿਰਾ ਦੁੱਖ ਹੀ ਦੁੱਖ ਹੈ, ਸਿਰਫ ਦੁੱਖ, ਸੁੱਖ ਨਹੀਂ ਹੈ। ਤੇ ਐਸੀ ਜ਼ਿੰਦਗੀ ਜੀਣ ਵਾਲਾ ਜੋ ਇਨਸਾਨ ਹੈ, ਰੱਬੀ ਰਜ਼ਾ ਤੋਂ ਉਲਟ, ਗੁਣਾਂ ਨੂੰ ਛੱਡ ਕੇ ਔਗੁਣਾਂ ਦੀ ਜ਼ਿੰਦਗੀ ਜੀਣ ਵਾਲਾ, ਤੇ ਸੋਚਦਾ ਹੈ ਐਸੇ ਜੀਵਨ ਚੋਂ ਸੁੱਖ ਔਰ ਖੁਸ਼ੀ ਉਪਜੇ, ਗੁਰੂ ਜੀ ਕਹਿੰਦੇ ਨੇ ਨਿਤ ਨੀਰ ਵਿਰੋਲੇ। ਵਿਰੋਲੇ ਦਾ ਮਤਲਬ ਰਿੜਕਣਾ, ਨੀਰ ਦਾ ਮਤਲਬ ਪਾਣੀ। ਤਾਂ ਸਮਝ ਲਓ ਰੋਜ਼ ਉਹ ਪਾਣੀ ਵਿੱਚ ਮਧਾਣੀ ਪਾਈ ਬੈਠਾ ਹੈ। ਹੁਣ ਪਾਣੀ ਵਿੱਚ ਮਧਾਣੀ ਪਾ ਕੇ ਰਿੜਕੀ ਜਾਓ ਤਾਂ ਗੜ ਗੜ ਦੀ ਆਵਾਜ਼ ਤੇ ਆਈ ਜਾਏਗੀ, ਮਧਾਣੀ ਚੱਲਦੀ ਰਹੇਗੀ, ਪਾਣੀ ਹਿਲਦਾ ਰਹੇਗਾ। ਤੇ ਜੇ ਸ਼ਾਮ ਤੱਕ ਰਿੜਕੀ ਜਾਓ ਤੇ ਪਾਣੀ ਚੋਂ ਕੀ ਨਿਕਲੇਗਾ? ਪਾਣੀ ਰਿੜਕਿਆ ਤੇ ਕੁਝ ਵੀ ਨਹੀਂ ਨਿਕਲਣਾ, ਟਾਈਮ ਵਿਅਰਥ ਹੋਏਗਾ, ਪਛਤਾਵਾ ਹੱਥ ਆਏਗਾ। ਜਿਹੜਾ ਪਾਣੀ ਵਿੱਚ ਮਧਾਣੀ ਪਾ ਕੇ ਮੱਖਣ ਦੀ ਆਸ ਲਾ ਕੇ ਬੈਠਾ ਹੈ,
ਉਹਨੂੰ ਕਦੀ ਮੱਖਣ ਨਹੀਂ ਮਿਲਦਾ, ਭੁਲੇਖਾ ਹੈ, ਪਾਣੀ ਚੋਂ ਮੱਖਣ ਨਹੀਂ ਮਿਲਦਾ। ਇਸੇ ਤਰ੍ਹਾਂ ਜੋ ਵਿਕਾਰਾਂ ਵਾਲੀ ਜ਼ਿੰਦਗੀ ਜੀ ਰਿਹਾ ਹੈ ਔਰ ਵਿਕਾਰਾਂ ਵਾਲੀ ਜ਼ਿੰਦਗੀ ਚੋਂ ਸੁੱਖਾਂ ਦੀ ਆਸ ਲਾਈ ਬੈਠਾ ਹੈ, ਤਾਂ ਉਹ ਪਾਣੀ ਰਿੜਕਣ ਵਾਲੀ ਗੱਲ ਹੈ, ਕਿਉਂਕਿ ਦੂਜੇ ਭਾਅ ਦੇ ਅੰਦਰ ਸਿਰਫ ਔਰ ਸਿਰਫ ਦੁੱਖ ਨੇ। ਗੁਰਮੁਖ ਨਾਮ ਧਿਆਈਐ ਮਥ ਤਤ ਕਢੂਲੈ। ਹੁਣ ਪਿੱਛੇ ਕਿਹਾ ਸੀ ਵਿਰੋਲੇ, ਵਿਰੋਲੇ ਦਾ ਮਤਲਬ ਰਿੜਕਣਾ, ਇੱਥੇ ਮਥ, ਮਥ ਦਾ ਮਤਲਬ ਮੱਥ ਕੇ, ਰਿੜਕ ਕੇ। ਤਤ ਦਾ ਮਤਲਬ ਹੁੰਦਾ ਹੈ ਮੱਖਣ, ਅਸਲੀਅਤ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ। ਨਾਮ ਦਾ ਮਤਲਬ ਹੁਕਮ, ਰੱਬੀ ਸਿਫਤ ਸਲਾਹ। ਧਿਆਈਏ ਦਾ ਮਤਲਬ ਧਿਆਉਂਦਾ ਹੈ, ਯਾਦ ਰੱਖਦਾ ਹੈ, ਯਾਦ ਵਿੱਚ ਆਪਣੇ ਧਿਆਨ ਨੂੰ ਰੱਬੀ ਹੁਕਮ ਵਿੱਚ ਜੋੜਦਾ ਹੈ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਗੁਰੂ ਗਿਆਨ ਦੀ ਅਗਵਾਈ ਵਿੱਚ ਜ਼ਿੰਦਗੀ ਜੀਂਦਾ ਹੈ ਔਰ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਉਹ ਮਾਨੋ ਦੁੱਧ ਰਿੜਕ ਕੇ ਮੱਖਣ ਕੱਢ ਰਿਹਾ ਹੈ। ਤਤ ਦਾ ਮਤਲਬ ਅਸਲੀਅਤ। ਉਹ ਇਸ ਰਿੜਕਣਾ ਪਾ ਕੇ ਗੁਣਾਂ ਦਾ ਉਹ ਜੀਵਨ ਦੀ ਅਸਲੀਅਤ ਕੱਢ ਰਿਹਾ ਹੈ, ਆਤਮਿਕ ਜੀਵਨ ਦਾ ਸੁੱਖ ਮਾਣ ਰਿਹਾ ਹੈ। ਕੌਣ? ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ, ਉਹ ਸਮਝ ਲਓ ਮੱਖਣ ਰਿੜਕ ਕੇ ਤਤ ਕੱਢ ਰਿਹਾ ਹੈ, ਦੁੱਧ ਰਿੜਕ ਕੇ ਮੱਖਣ ਕੱਢ ਰਿਹਾ ਹੈ। ਉਹਦੀ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਪੈਦਾ ਹੁੰਦੀ ਹੈ। ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਧਾ ਟੋਲੇ। ਟੋਲੇ ਦਾ ਮਤਲਬ ਟੋਲ ਕੇ, ਲੱਭ ਕੇ। ਅੰਤਰ ਦਾ ਮਤਲਬ ਅੰਦਰ, ਪ੍ਰਗਾਸ, ਪ੍ਰਗਾਸ਼। ਚਾਨਣਾ ਦਾ ਮਤਲਬ ਚਾਨਣਾ, ਗਿਆਨ। ਘਟ ਦਾ ਮਤਲਬ ਹਿਰਦੇ ਵਿੱਚ। ਉਹਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ, ਯਾਨੀ ਗਿਆਨ ਦਾ ਚਾਨਣ ਹੋ ਜਾਂਦਾ ਹੈ, ਤੇ ਉਹ ਗੁਰੂ ਦੀ ਰਾਹੀਂ ਰੱਬ ਨੂੰ ਲੱਭ ਕੇ ਲੱਭ ਲੈਂਦਾ ਹੈ, ਟੋਲ ਕੇ, ਭਾਲ ਕੇ ਲੱਭ ਲੈਂਦਾ, ਆਪਣੇ ਅੰਦਰੋਂ ਲੱਭ ਲੈਂਦਾ। ਲੱਭ ਲੈਂਦਾ ਦਾ ਮਤਲਬ ਉਹ ਵੇਖ ਲੈਂਦਾ ਹੈ, ਉਹਨੂੰ ਸਾਹਮਣੇ ਤੱਕ ਲੈਂਦਾ ਹੈ, ਉਹਨੂੰ ਅਨੁਭਵ ਕਰਦਾ ਹੈ, ਉਹਨੂੰ ਚਾਰ ਚਫੇਰੇ ਵੇਖ ਲੈਂਦਾ ਹੈ, ਕਿਉਂਕਿ ਉਹਦੇ ਅੰਦਰ ਗਿਆਨ ਦਾ ਚਾਨਣਾ ਹੋ ਜਾਂਦਾ ਹੈ, ਉਹਨੂੰ ਵਿਵੇਕ ਬੁੱਧ ਮਿਲ ਜਾਂਦੀ ਹੈ ਔਰ ਉਹਨੂੰ ਸਮਝ ਆ ਜਾਂਦੀ ਹੈ ਕਿ ਚਾਰ ਚਫੇਰੇ ਪ੍ਰਭੂ ਆਪ ਵਸ ਰਿਹਾ ਹੈ। ਉਹ ਆਪਣੇ ਹੀ ਅੰਦਰੋਂ ਉਸ ਨੂੰ ਲੱਭ ਲੈਂਦਾ ਹੈ, ਵੇਖ ਲੈਂਦਾ ਹੈ। ਆਪੇ ਭਰਮ ਇਹਦਾ ਕਿਛ ਕਹਿਣ ਨਾ ਜਾਈ, ਪਰ ਦੂਜੇ ਪਾਸੇ ਜੋ ਭਰਮ ਦੇ ਅੰਦਰ ਭੁੱਲੇ ਨੇ, ਭੁਲੇਖੇ ਵਿੱਚ ਨੇ, ਉਹਨਾਂ ਨੂੰ ਪ੍ਰਭੂ ਨੇ ਆਪ ਹੀ ਭਰਮ ਵਿੱਚ ਭੁਲਾਇਆ ਹੈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਨੇ ਫੜ ਕੇ ਉਹਨਾਂ ਨੂੰ ਭੁਲੇਖੇ ਵਿੱਚ ਪਾ ਦਿੱਤਾ ਹੈ। ਰੱਬੀ ਸਿਸਟਮ ਦੇ ਅੰਦਰ ਉਹ ਭਰਮ ਦੇ ਅੰਦਰ ਭੁੱਲ ਜਾਂਦੇ ਨੇ ਔਰ ਰੱਬੀ ਹੁਕਮ ਦੇ ਸਾਹਮਣੇ ਕੋਈ ਗੱਲ ਕਹੀ ਨਹੀਂ ਜਾ ਸਕਦੀ। ਕੁਝ ਨਹੀਂ ਕਿਹਾ ਜਾ ਸਕਦਾ ਕਿ ਰੱਬੀ ਹੁਕਮ ਤੋਂ ਉਲਟ ਵੀ ਕੁਝ ਹੋ ਸਕਦਾ ਹੈ, ਕਿ ਉਹ ਭਟਕਣਾ ਦੇ ਵਿੱਚ ਪਏ ਹੋਏ, ਵਿਕਾਰਾਂ ਵਾਲੀ ਜ਼ਿੰਦਗੀ ਜੀਂਦੇ ਹੋਏ ਸੁੱਖ ਮਾਣ ਸਕਣ, ਇਹ ਗੱਲ ਕਹੀ ਨਹੀਂ ਜਾ ਸਕਦੀ। ਤੇ ਰੱਬੀ ਰਾਹਾਂ ਤੇ ਤੁਰਨ ਵਾਲੇ ਬੰਦੇ ਭੁੱਲ ਜਾਣ ਹੁਕਮ ਦੇ ਵਿੱਚ ਤੁਰਨ ਵਾਲੇ, ਗੱਲ ਕਹੀ ਨਹੀਂ ਜਾ ਸਕਦੀ। ਭਾਵ ਜੋ ਕੁਝ ਹੈ ਰੱਬੀ ਹੁਕਮ ਦੇ ਅੰਦਰ ਹੈ, ਹੁਕਮ ਤੋਂ ਉਲਟ ਕੁਝ ਨਹੀਂ ਕਿਹਾ ਜਾ ਸਕਦਾ। ਤਾਂ ਇਹ ਗੱਲ ਨੂੰ ਸਮਝ ਲੈਣਾ, ਰੱਬੀ ਹੁਕਮ ਦੇ ਅੰਦਰ ਜੇ ਅਸੀਂ ਕਾਮ ਕ੍ਰੋਧ ਵਗੈਰਾ ਸੋਚਾਂਗੇ, ਬੋਲਾਂਗੇ, ਤਾਂ ਸਾਡੇ ਅੰਦਰ ਨਿਊਰੋਨਲ ਪੈਟਰਨ ਉਸੇ ਤਰ੍ਹਾਂ ਦਾ ਬਣੇਗਾ, ਆਦਤਾਂ ਡਿਵੈਲਪ ਹੋ ਜਾਣਗੀਆਂ। ਤੇ ਜੇ ਕੋਈ ਸਤ ਸੰਤੋਖ ਬਾਰੇ ਸੋਚੇਗਾ ਤਾਂ ਉਹਦੇ ਅੰਦਰ ਸਤ ਸੰਤੋਖ ਉਕਰੇ ਜਾਣਗੇ, ਉਹਦੀਆਂ ਆਦਤਾਂ ਉਹੋ ਜਿਹੀਆਂ ਹੋ ਜਾਣਗੀਆਂ। ਇਹ ਸਿਸਟਮ ਹੈ, ਇਹਦੇ ਉਲਟ ਕੁਝ ਨਹੀਂ ਕਿਹਾ ਜਾ ਸਕਦਾ। ਸ਼ਲੋਕ ਮਹਿਲਾ ਦੂਜਾ। ਹੁਣ ਅਗਲੇ ਸ਼ਲੋਕਾਂ ਵਿੱਚ ਗੁਰੂ ਜੀ ਸਾਨੂੰ ਦੱਸ ਰਹੇ ਨੇ ਕਿ ਕਈ ਲੋਕ ਆਪਣੀ ਰੋਜੀ ਦੇ ਫਿਕਰ ਵਿੱਚ ਸੱਚ ਨੂੰ ਭੁੱਲ ਜਾਂਦੇ ਨੇ, ਰੱਬੀ ਗੁਣਾਂ ਨੂੰ ਗਵਾ ਲੈਂਦੇ ਨੇ, ਉੱਚੇ ਸੁੱਚੇ ਆਚਰਨ ਨੂੰ ਗਵਾ ਲੈਂਦੇ ਨੇ ਕਿ ਸ਼ਾਇਦ ਸਾਨੂੰ ਰੋਜੀ ਹੀ ਨਹੀਂ ਮਿਲੇਗੀ, ਜੇ ਅਸੀਂ ਝੂਠ ਫਰੇਬ ਨਾ ਬੋਲਿਆ ਤੇ ਸਾਡੀ ਜ਼ਿੰਦਗੀ ਹੀ ਨਹੀਂ ਚੱਲਣੀ। ਐਵੇਂ ਦੀਆਂ ਚਿੰਤਾਵਾਂ ਉਹਨਾਂ ਨੂੰ ਲੱਗੀਆਂ ਰਹਿੰਦੀਆਂ ਨੇ ਔਰ ਬਹੁਤ ਸਾਰੇ ਲੋਕ ਰੋਜੀ ਰੋਟੀ ਦੇ ਚੱਕਰ ਕਰਕੇ ਸੱਚ ਨੂੰ, ਧਰਮ ਨੂੰ, ਈਮਾਨ ਨੂੰ, ਇਨਸਾਨੀਅਤ ਨੂੰ ਗਵਾ ਬੈਂਦੇ ਨੇ। ਤਾਂ ਗੁਰੂ ਜੀ ਉਹਨਾਂ ਨੂੰ ਤਸੱਲੀ ਦੇ ਰਹੇ ਨੇ, ਉਹਨਾਂ ਨੂੰ ਸਮਝਾ ਰਹੇ ਨੇ ਤੇ ਆਪ ਬਚਨ ਕਰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਦਾ ਮਤਲਬ ਫਿਕਰ, ਤਿਸ ਹੀ ਦਾ ਮਤਲਬ ਰੱਬ ਨੂੰ। ਤਾਂ ਗੁਰੂ ਜੀ ਕਹਿੰਦੇ ਨੇ ਆਪਣੀ ਰੋਜੀ ਰੋਟੀ ਲਈ ਫਿਕਰ ਨਾ ਕਰੋ ਤੇ ਇਸ ਫਿਕਰ ਦੇ ਅੰਦਰ ਰੱਬ ਨੂੰ, ਸ਼ੁਭ ਗੁਣਾਂ ਨੂੰ ਨਾ ਭੁਲਾਓ, ਕਿਉਂਕਿ ਰੋਜੀ ਰੋਟੀ ਦਾ ਫਿਕਰ ਕੁਦਰਤ ਨੂੰ ਹੈ, ਰੱਬ ਨੂੰ ਹੈ।
ਰੋਜੀ ਦਾ ਫਿਕਰ ਰੱਬ ਨੂੰ ਹੈ। ਸਿਸਟਮ ਦੇ ਅੰਦਰ ਹਰ ਚੀਜ਼ ਦੀ ਰੋਜੀ ਰਿਜਕ ਜੀਵਨ ਦਾ ਢੰਗ ਇਸ ਦੁਨੀਆ ਦੇ ਅੰਦਰ ਬਣਿਆ ਹੋਇਆ ਹੈ। ਇਸ ਲਈ ਚਿੰਤਾ ਨਾ ਕਰੋ, ਸੱਚ ਨੂੰ ਨਾ ਛੱਡੋ। ਇਸ ਚਿੰਤਾ ਦੇ ਅੰਦਰ ਉਦਮ ਕਰੋ। ਚਿੰਤਾ ਕਰਨੀ ਇੱਕ ਵੱਖਰੀ ਚੀਜ਼ ਹੈ, ਉਦਮ ਕਰਨਾ ਇੱਕ ਵੱਖਰੀ ਚੀਜ਼ ਹੈ। ਜੋ ਲੋਕ ਉਦਮ ਕਰਦੇ ਨੇ ਉਹ ਲੋਕ ਕਾਮਯਾਬ ਹੋ ਜਾਂਦੇ ਨੇ। ਤੇ ਇੱਕ ਬੰਦਾ ਐਸਾ ਹੈ ਕਿ ਚਿੰਤਾ ਹੀ ਕਰੀ ਜਾ ਰਿਹਾ ਹੈ, ਹਾਏ ਜੇ ਹੁਣ ਮੀਂਹ ਪੈਣ ਲੱਗ ਗਿਆ, ਜੇ ਮੀਂਹ ਪਈ ਗਿਆ ਤੇ ਹੁਣ ਕੀ ਹੋਏਗਾ। ਮੰਨ ਲਓ ਕਿਸੇ ਦੀ ਫਸਲ ਖਰਾਬ ਹੋ ਗਈ ਸਪੋਜ਼, ਤੇ ਜੇ ਉਹ ਚਿੰਤਾ ਹੀ ਕਰੀ ਜਾਏ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਏਗਾ। ਇੱਕ ਤਾਂ ਉਹ ਹੈ ਜਿਹੜਾ ਸਿਰਫ ਚਿੰਤਾ ਫਿਕਰ ਕਰੀ ਜਾ ਰਿਹਾ। ਦੂਜਾ ਬੰਦਾ ਉਹ ਹੈ ਜੇ ਕੋਈ ਗੜਬੜ ਹੋ ਗਈ ਹੈ ਤਾਂ ਉਹ ਫਿਰ ਸਿਸਟਮ ਨੂੰ ਫੋਲੋ ਕਰਦਾ ਹੈ ਕਿ ਹੁਣ ਇਹਦੀ ਜਗ੍ਹਾ ਤੇ ਹੋਰ ਕੀ ਹੋ ਸਕਦਾ ਹੈ, ਇਸ ਨੁਕਸਾਨ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਹੈ, ਜਾਂ ਇਸ ਮੁਸੀਬਤ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ। ਜਿਹੜਾ ਇਹ ਸੋਚਦਾ ਫਿਰ ਉਹ ਮੁਸੀਬਤ ਦੇ ਵਿੱਚੋਂ ਬਾਹਰ ਚਲਾ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਸਿਰਫ ਰੋਜੀ ਰੋਟੀ ਦੀ ਚਿੰਤਾ ਕਰਕੇ ਸੱਚ ਨੂੰ ਨਹੀਂ ਛੱਡ ਦੇਣਾ ਚਾਹੀਦਾ, ਸਿਰਫ ਚਿੰਤਾ ਨਹੀਂ ਕਰਨੀ ਚਾਹੀਦਾ, ਉਦਮ ਕਰਨਾ ਚਾਹੀਦਾ ਹੈ। ਇੱਥੇ ਚਾਰ ਚਫੇਰੇ ਰਿਜਕ ਪਿਆ ਹੋਇਆ ਹੈ, ਪਸਰਿਆ ਹੋਇਆ ਹੈ। ਆਪ ਅਗਲੇ ਸ਼ਲੋਕ ਵਿੱਚ ਬੜਾ ਵਿਸਥਾਰ ਦੇ ਨਾਲ ਸਾਨੂੰ ਸਮਝਾ ਰਹੇ ਨੇ ਕਿ ਫਿਕਰ ਨਾ ਕਰੋ, ਫਿਕਰ ਰੱਬ ਨੂੰ ਹੈ। ਇਹਦਾ ਮਤਲਬ ਇਹ ਨਹੀਂ ਕਿ ਕੰਮ ਨਾ ਕਰੋ, ਉਦਮ ਨਾ ਕਰੋ, ਇਹ ਗੱਲ ਨਹੀਂ ਹੈ। ਇਹ ਧਿਆਨ ਰੱਖਣ ਵਾਲੀ ਗੱਲ ਹੈ ਵੀ ਇੱਥੇ ਇੱਕ ਥਾਂ ਤੇ ਬੈਠੇ ਰਹੋ ਵੀ ਰੱਬ ਆਪੇ ਰੋਟੀਆਂ ਦੇ ਜਾਏਗਾ, ਉਹ ਗੱਲ ਨਹੀਂ ਹੈ। ਗੱਲ ਫਿਕਰ ਦੀ ਹੈ, ਚਿੰਤਾ ਦੀ ਹੈ, ਉਦਮ ਦੀ ਨਹੀਂ ਹੋ ਰਹੀ। ਉਦਮ ਕਰਨਾ ਹੈ, ਚਿੰਤਾ ਨਹੀਂ ਕਰਨੀ। ਜਲ ਮਹਿ ਜੰਤ ਉਪਾਇਨ ਤਿਨਾ ਪੇ ਰੋਜੀ ਦੇ, ਭੀ ਨਹੀਂ ਪੜਨਾ ਪੇ। ਉਪਾਇਨ ਦਾ ਮਤਲਬ ਉਪਾਏ ਨੇ। ਪ੍ਰਭੂ ਨੇ ਪਾਣੀ ਵਿੱਚ ਜੀਵ ਪੈਦਾ ਕੀਤੇ ਨੇ। ਜਲ ਮਹਿ ਜੰਤ ਉਪਾਇਨ, ਜਲ ਦੇ ਅੰਦਰ ਜੀਵ ਪੈਦਾ ਕੀਤੇ ਨੇ। ਤਿਨਾ ਪੇ ਰੋਜੀ ਦੇ, ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ। ਜਲ ਦੇ ਵਿੱਚ ਜੀਵ ਜੰਤ ਪੈਦਾ ਕੀਤੇ ਨੇ, ਉਹਨਾਂ ਨੂੰ ਰਿਜਕ ਦੇ ਰਿਹਾ ਹੈ। ਤੇ ਦੇਖੋ ਗੁਰੂ ਜੀ ਅੱਗੇ ਜਿਹੜੀ ਚੀਜ਼ ਸਮਝਾਣੀ ਚਾਹੁੰਦੇ ਨੇ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਉੱਥੇ ਦਾ ਮਤਲਬ ਪਾਣੀ ਵਿੱਚ, ਕਿਰਸ ਦਾ ਮਤਲਬ ਕਿਰਸਾਨੀ, ਖੇਤੀ। ਤਾਂ ਗੁਰੂ ਜੀ ਕਹਿੰਦੇ ਨੇ ਪਾਣੀ ਵਿੱਚ ਨਾ ਤੇ ਕੋਈ ਦੁਕਾਨਾਂ ਨੇ, ਬਾਜ਼ਾਰ ਨਹੀਂ, ਨਾ ਕੋਈ ਖੇਤੀ ਕਰ ਰਿਹਾ, ਲੇਕਿਨ ਉੱਥੇ ਲੱਖਾਂ ਦੀ ਕਰੋੜਾਂ ਦੀ ਗਿਣਤੀ ਵਿੱਚ ਪਾਣੀ ਦੇ ਅੰਦਰ ਜੀਵ ਜੰਤ ਨੇ। ਨਾ ਉੱਥੇ ਦੁਕਾਨਾਂ ਨੇ, ਨਾ ਉੱਥੇ ਰੈਸਟੋਰੈਂਟ ਨੇ, ਨਾ ਹਲਵਾਈ ਦੀਆਂ ਦੁਕਾਨਾਂ ਨੇ, ਨਾ ਉੱਥੇ ਖੇਤੀਬਾੜੀ ਹੋ ਰਹੀ ਹੈ, ਫਸਲ ਬੀਜ ਰਿਹਾ ਹੋਵੇ। ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ, ਨਾ ਉੱਥੇ ਕੋਈ ਸੌਦਾ ਸੂਤ ਹੋ ਰਿਹਾ ਹੈ ਕਿ ਵਪਾਰ ਹੋ ਰਿਹਾ ਹੋਵੇ। ਨਾ ਇੱਕ ਜੀਵ ਕਿਸੇ ਤੋਂ ਲੈ ਰਿਹਾ ਹੈ ਤੇ ਨਾ ਦੇ ਰਿਹਾ ਹੈ ਕਿ ਇਹ ਚੀਜ਼ ਲੈ ਲੈ ਤੇ ਇਹ ਦੇ ਦੇ। ਮੇਰਾ ਆਈਫੋਨ ਲੈ ਕੇ ਸੈਮਸੰਗ ਦਾ ਦੇ ਦੇ, ਜਾਂ ਸੈਮਸੰਗ ਦਾ ਦੇ ਕੇ ਤੇ ਆਈਫੋਨ ਦੇ ਦੇ। ਕੋਈ ਲੈਣ ਦੇਣ ਵੀ ਨਹੀਂ ਵੀ ਆ 2 ਕਿਲੋ ਆਟਾ ਸਾਨੂੰ ਉਧਾਰ ਦੇ ਦਿਓ, ਕੱਲ ਨੂੰ ਦੇ ਦਾਂਗਾ। ਕੋਈ ਇਹੋ ਜਿਹਾ ਲੈਣ ਦੇਣ ਨਹੀਂ, ਨਾ ਕੋਈ ਸੌਦਾ, ਨਾ ਕੋਈ ਕਿਸੇ ਤੋਂ ਲੈ ਰਿਹਾ ਹੈ, ਨਾ ਕਿਸੇ ਨੂੰ ਦੇ ਰਿਹਾ ਹੈ। ਜੀਆਂ ਕਾ ਆਹਾਰ ਜੀ, ਆਹਾਰ ਪੜਨਾ ਹੈ, ਆਹਾਰ ਨਹੀਂ, ਆਹਾਰ। ਜੀਆਂ ਕਾ ਆਹਾਰ ਜੀ, ਖਾਣਾ ਇਹ ਕਰੇ। ਜੀਆਂ ਕਾ ਆਹਾਰ ਜੀ ਦਾ ਮਤਲਬ ਉੱਥੇ ਇੱਕ ਖੁਰਾਕ ਬਣਾ ਦਿੱਤੀ ਹੈ ਕਿ ਜੀਵਾਂ ਦਾ ਖਾਣਾ ਜੀਵ ਨੇ, ਜੀਵਾਂ ਨੂੰ ਜੀਵ ਖਾ ਰਹੇ ਨੇ, ਇੱਕ ਖੁਰਾਕ ਬਣਾ ਦਿੱਤੀ। ਔਰ ਦੇਖੋ ਸਿਸਟਮ, ਹੁਣ ਮੱਛੀ ਜਿਹੜੀ ਹੈ, ਵੱਡੀ ਮੱਛੀ ਛੋਟੀਆਂ ਮੱਛੀਆਂ ਨੂੰ ਖਾ ਰਹੀ ਹੈ। ਤੇ ਉਹ ਮੱਛੀਆਂ ਪੈਦਾ ਕਿੱਥੋਂ ਹੋ ਰਹੀਆਂ ਨੇ? ਪੈਦਾ ਵੀ ਆਪ ਹੀ ਕਰ ਰਹੀ ਹੈ। ਇੱਕ ਮੱਛੀ ਨੇ ਕਿੰਨੇ ਸਾਰੇ ਬੱਚੇ, ਤੇ ਫਿਰ ਆਪ ਹੀ ਉਹ ਮੱਛੀਆਂ ਦੂਜੀਆਂ ਮੱਛੀਆਂ ਨੂੰ ਖਾ ਜਾਂਦੀਆਂ ਨੇ। ਜੀਵ ਜੀਵਾਂ ਨੂੰ ਖਾ ਰਹੇ ਨੇ। ਇਹ ਕੁਦਰਤ ਦੀ ਖੇਲ ਹੈ। ਇਹ ਰੱਬ ਨੇ ਉੱਥੇ ਸਿਸਟਮ ਇਹ ਬਣਾ ਦਿੱਤਾ ਹੈ ਕਿ ਜੀਵਾਂ ਨੂੰ ਜੀਵ ਖਾ ਰਹੇ ਨੇ। ਜੀਆਂ ਕਾ ਆਹਾਰ ਜੀ, ਖਾਣਾ ਇਹ ਕਰੇ। ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਉਦਮ ਕਰਨ ਦੀ ਲੋੜ ਹੈ। ਦੇਖ ਪਾਣੀ ਦੇ ਅੰਦਰ ਵੀ ਜੀਵ ਜੀਵਾਂ ਨੂੰ ਖਾ ਰਹੇ ਨੇ। ਤੇ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ, ਉੱਥੇ ਕੋਈ ਛੋਟੀ ਮੱਛੀ ਵੱਡੀ ਮੱਛੀ ਦੇ ਮੂੰਹ 'ਚ ਆਪ ਨਹੀਂ ਆਣ ਕੇ ਵੜਦੀ ਵੀ ਲੈ ਮੈਨੂੰ ਖਾ ਲੈ। ਉਹਨੂੰ ਵੀ ਦੂਜੀਆਂ ਮੱਛੀਆਂ, ਦੂਜੇ ਜੀਵਾਂ ਨੂੰ ਫੜਨ ਵਾਸਤੇ ਉਦਮ ਕਰਨਾ ਪੈਂਦਾ ਹੈ। ਇਹ ਦੁਨੀਆ ਵਿੱਚ ਵੀ ਆਪਣੇ ਆਪ ਮੂੰਹ 'ਚ ਆਣ ਕੇ ਕੁਛ ਨਹੀਂ ਪੈਣਾ, ਉਦਮ ਕਰਨਾ ਪੈਣਾ ਹੈ। ਜਿਵੇਂ ਪਿੱਛੇ ਹਾਲਵਾਨ ਦੀ ਗੱਲ ਕੀਤੀ ਨਾ, ਮਿਹਨਤ ਕਰਨੀ ਪੈਣੀ ਹੈ। ਤੇ ਜਿਹੋ ਜੀ ਮਿਹਨਤ ਕਰੋਗੇ ਉਹੋ ਜਿਹਾ ਫਲ ਮਿਲ ਜਾਏਗਾ।
ਯਾਦ ਰੱਖਣਾ, ਜੀਵਾਂ ਨੂੰ ਜੀਵ ਖਾ ਰਹੇ ਨੇ। ਜਿਹੜੀ ਚੀਜ਼ ਨਿਰਜੀਵ ਹੈ ਨਾ, ਜਿਹਦੇ ਵਿੱਚ ਜਿੰਦ ਨਹੀਂ ਹੈ, ਉਹਨੂੰ ਖਾ ਕੇ ਬੰਦਾ ਬਚ ਹੀ ਨਹੀਂ ਸਕਦਾ, ਜੀਵ ਬਚ ਨਹੀਂ ਸਕਦਾ। ਤਾਂ ਪਾਣੀ ਦੇ ਅੰਦਰ ਜੀਵਾਂ ਨੂੰ ਜੀਵ ਖਾ ਰਹੇ ਨੇ। ਉੱਥੋਂ ਦਾ ਖਾਣਾ, ਉੱਥੋਂ ਦਾ ਸਿਸਟਮ ਪ੍ਰਭੂ ਨੇ ਐਵੇਂ ਬਣਾ ਦਿੱਤਾ ਹੈ। ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ। ਇੱਥੇ ਸੱਸੇ ਦੇ ਪੈਰ ਥੱਲੇ ਬਿੰਦੀ ਨਹੀਂ ਲਾਣੀ। ਜੇ ਇਹਨੂੰ ਪੜਾਂਗੇ ਨਾ ਸ਼ਾਇਰ, ਤਾਂ ਉਹਦਾ ਮਤਲਬ ਬਣ ਜਾਏਗਾ ਕਵੀ। ਸਾਇਰ ਦਾ ਮਤਲਬ ਹੁੰਦਾ ਹੈ ਸਮੁੰਦਰ, ਤੇ ਸ਼ਾਇਰ ਦਾ ਮਤਲਬ ਹੁੰਦਾ ਹੈ ਕਵੀ। ਇੱਕ ਥਾਂ ਤੇ ਬਚਨ ਆਉਂਦਾ, ਨਾਨਕ ਸ਼ਾਇਰ ਏਵ ਕਹਿਤ ਹੈ, ਉੱਥੇ ਸੱਸੇ ਦੇ ਪੈਰ ਥੱਲੇ ਬਿੰਦੀ ਲਾਣੀ, ਇੱਥੇ ਸਾਇਰ ਪੜਨਾ ਹੈ। ਵਿੱਚ ਉਪਾਏ ਸਾਇਰਾਂ, ਸਾਇਰਾਂ ਦਾ ਮਤਲਬ ਸਮੁੰਦਰਾਂ ਵਿੱਚ। ਸਾਰ ਕਰੇ ਦਾ ਮਤਲਬ ਸੰਭਾਲ ਕਰਦਾ ਹੈ। ਜਿਹੜੇ ਜੀਵ ਸਮੁੰਦਰਾਂ ਦੇ ਵਿੱਚ ਪੈਦਾ ਕੀਤੇ ਨੇ, ਪ੍ਰਭੂ ਉਹਨਾਂ ਦੀ ਵੀ ਸੰਭਾਲ ਕਰਦਾ ਹੈ, ਉਹਨਾਂ ਦੀ ਵੀ ਸੰਭਾਲ ਹੋ ਰਹੀ ਹੈ। ਮੈਂ ਤੁਹਾਨੂੰ ਪਿੱਛੇ ਇੱਕ ਦਿਨ ਗੱਲ ਸੁਣਾਈ ਸੀ ਕਿ ਡਿਸਕਵਰੀ ਚੈਨਲ ਵਾਲੇ ਇੱਕ ਦਿਨ ਦਿਖਾ ਰਹੇ ਸੀ ਕਿ ਇੱਕ ਵੱਡੀ ਮੱਛੀ ਔਰ ਇੱਕ ਉਸ ਮੱਛੀ ਦਾ ਬੱਚਾ ਹੈ, ਉਹ ਲੰਘ ਰਹੇ ਨੇ ਗਰਮ ਪਾਣੀ ਦੀ ਧਾਰਾ ਚੋਂ, ਤੇ ਉਹ ਜੋ ਬੱਚਾ ਹੈ, ਉਸ ਬੱਚੇ ਦੇ ਉੱਤੇ ਦੂਜੀ ਮੱਛੀ ਨੇ ਝਪੱਟਾ ਮਾਰ ਦਿੱਤਾ, ਤੇ ਉਹ ਵੱਡੀ ਜਿਹੜੀ ਮੱਛੀ, ਉਸ ਬੱਚੇ ਦੀ ਮਾਂ ਉਹਨੂੰ ਬਚਾਉਣ ਦਾ ਯਤਨ ਕਰਦੀ ਹੈ, ਪਰ ਇੰਨੇ ਚਿਰ ਨੂੰ ਉਹ ਬੱਚਾ ਜ਼ਖਮੀ ਹੋ ਜਾਂਦਾ ਹੈ। ਹੁਣ ਉਹ ਤੈਰਨ ਜੋਗਾ ਨਹੀਂ ਰਿਹਾ, ਉਹ ਮੱਛੀਆਂ ਆਪਸ ਚ ਲੜਨ ਲੱਗ ਜਾਂਦੀਆਂ ਨੇ, ਤੇ ਜਿਹੜਾ ਬੱਚਾ ਹੈ ਨਾ, ਉਹ ਜ਼ਖਮੀ ਹੋ ਕੇ ਥੱਲੇ ਡਿੱਗੀ ਜਾ ਰਿਹਾ ਹੈ ਪਾਣੀ ਦੇ ਵਿੱਚ, ਉਹ ਚੋਂ ਖੂਨ ਵਗਦਾ, ਤੇ ਕੈਮਰਾਮੈਨ ਉਹਦੇ ਪਿੱਛੇ ਪਿੱਛੇ ਜਾਈ ਜਾਂਦਾ ਹੈ। ਅਖੀਰ ਉਹ ਜਿਹੜਾ ਉਹ ਬੱਚਾ ਸੀ ਨਾ ਮੱਛੀ ਦਾ ਡਿੱਗ ਰਿਹਾ, ਉਹ ਥੱਲੇ ਪੈਂਦੇ ਤੇ ਪਹੁੰਚ ਜਾਂਦਾ ਮਿੱਟੀ ਤੇ। ਜਦੋਂ ਥੱਲੇ ਡਿੱਗਦਾ ਹੈ ਨਾ, ਤਾਂ ਬੜੇ ਸਾਰੇ ਕੀੜੇ ਆ ਜਾਂਦੇ ਨੇ, ਜੋ ਉਹਦੇ ਮਾਸ ਨੂੰ ਬਸ ਛੇਤੀ 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 ਥੋੜੀ ਦੇਰ ਚ ਉਹਦੇ ਮਾਸ ਨੂੰ ਖਾ ਕੇ ਖਤਮ ਕਰ ਦਿੰਦੇ ਨੇ। ਉਹ ਜਿਹੜੇ ਜੀਵ ਜੰਤੂ ਨੇ ਨਾ, ਉਹ ਉੱਤੇ ਨਹੀਂ ਆ ਸਕਦੇ। ਜੇ ਉਤਲੇ ਪਾਣੀ ਚ ਆਉਣਗੇ, ਉਹਨਾਂ ਦੀ ਮੌਤ ਹੋ ਜਾਏਗੀ। ਉਹ ਸਿਸਟਮ ਉੱਥੇ ਹੀ ਥੱਲੇ ਹੀ ਰਹਿਣਾ। ਉਹਨਾਂ ਨੇ ਮਾਸ ਖਾ ਲਿਆ ਮੱਛੀ ਦਾ। ਜਦੋਂ ਉਹ ਕੀੜੇ ਪਾਸੇ ਹੋ ਗਏ, ਤੇ ਉੱਥੇ ਦੂਜੇ ਕਿਸਮ ਦੇ ਕੀੜੇ ਆ ਗਏ, ਜਿਨ੍ਹਾਂ ਦੀ ਖੁਰਾਕ ਸਿਰਫ ਹੱਡੀਆਂ ਨੇ। ਉਹਨਾਂ ਨੇ ਫਿਰ ਬਾਕੀ ਦੀਆਂ ਜਿਹੜੀਆਂ ਹੱਡੀਆਂ ਨੇ, ਉਹਨਾਂ ਹੱਡੀਆਂ ਨੂੰ ਉਹ ਕੀੜੇ ਖਾ ਕੇ ਆਪੋ ਆਪਣੇ ਚਲੇ ਗਏ। ਤਾਂ ਦੇਖੋ, ਕੁਦਰਤ ਦਾ ਖੇਲ ਹੈ ਨਾ, ਥੱਲੇ ਵਾਲੇ ਜੀਵਾਂ ਕੋਲ ਰੋਜ਼ੀ ਪਹੁੰਚ ਰਹੀ ਹੈ, ਉਹਨਾਂ ਦਾ ਸਿਸਟਮ ਹੈ। ਤੇ ਜੇ ਐਸਾ ਨਾ ਹੋਵੇ ਤੇ ਸਮੁੰਦਰ ਦੇ ਵਿੱਚ ਗੰਦਗੀ ਪੈ ਸਕਦੀ ਜਾਂ ਕੁਝ ਵੀ, ਇੱਕ ਇਹ ਵੱਖਰਾ ਟੌਪਿਕ ਹੈ। ਲੇਕਿਨ ਗੁਰੂ ਜੀ ਕਹਿੰਦੇ ਨੇ, ਸਮੁੰਦਰਾਂ ਦੇ ਅੰਦਰ ਪ੍ਰਭੂ ਨੇ ਜੀਵ ਜੰਤ ਪੈਦਾ ਕੀਤੇ ਨੇ, ਤਾਂ ਉਹਨਾਂ ਦੀ ਵੀ ਸਾਰ ਲੈ ਰਿਹਾ, ਭਾਵ ਕਿ ਉਹਨਾਂ ਦਾ ਸਿਸਟਮ ਉੱਥੇ ਉਸੇ ਤਰ੍ਹਾਂ ਦਾ ਬਣਿਆ ਹੋਇਆ ਹੈ। ਸਾਰੇ ਜੀਵ ਜੰਤ ਹੁਕਮ ਦੇ ਅੰਦਰ ਚੱਲ ਰਹੇ ਨੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਚਿੰਤਾ ਨਾ ਕਰੋ। ਚਿੰਤਾ ਉਸ ਪ੍ਰਭੂ ਨੂੰ ਹੈ, ਭਾਵ ਕਿ ਅਸਾਂ ਉਦਮ ਕਰਨਾ ਹੈ, ਔਰ ਰੋਜੀ ਰੋਟੀ ਵਾਸਤੇ ਸੱਚ ਦਾ ਪੱਲਾ ਨਹੀਂ ਛੱਡਣਾ। ਰੋਜੀ ਰੋਟੀ ਸੱਚ ਨੂੰ ਛੱਡ ਕੇ ਨਹੀਂ ਪੈਦਾ ਕਰਨੀ, ਕਿ ਰੋਜੀ ਰੋਟੀ ਵਾਸਤੇ, ਰਿਜ਼ਕ ਵਾਸਤੇ ਬੰਦਾ 2 ਨੰਬਰ ਦੇ ਧੰਦੇ ਕਰੇ, ਡੁਪਲੀਕੇਟ ਸਮਾਨ ਵੇਚੇ, ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਹੱਕ ਕਬਜ਼ੇ ਕਰੇ, ਰਿਸ਼ਵਤ ਲੈ, ਝੂਠ ਬੋਲੇ, ਫਰੇਬ ਕਰੇ। ਇਹੋ ਜਿਹਾ ਕੰਮ ਨਹੀਂ ਕਰਨਾ। ਚਿੰਤਾ ਨਹੀਂ ਕਰਨੀ, ਉਦਮ ਕਰਨਾ ਹੈ, ਸੱਚ ਦਾ ਪੱਲਾ ਨਹੀਂ ਛੱਡਣਾ। ਮਹਿਲਾ ਪਹਿਲਾ, ਨਾਨਕ ਇਹ ਜੀਉ ਮਛਲੀ ਚੀਵਰ ਤ੍ਰਿਸ਼ਨਾ ਕਾਲ। ਮਛਲੀ ਨਹੀਂ ਪੜਨਾ, ਛੱਛੇ ਥਲੇ ਥੋੜੀ ਜਿਹੀ ਔਂਕੜ ਦੀ ਆਵਾਜ਼ ਮਛਲੀ। ਮਛੂਲੀ ਵੀ ਨਾ ਬਣੇ ਕਿ ਦੁਲੈਂਕੜ ਬੁਲ ਜਾਏ, ਤੇ ਮਛਲੀ ਵੀ ਨਾ ਕਿ ਔਂਕੜ ਛੁੱਟ ਜਾਏ। ਨਾਨਕ ਇਹ ਜੀਉ ਮਛਲੀ ਚੀਵਰ ਤ੍ਰਿਸ਼ਨਾ ਕਾਲ। ਮਛਲੀ ਦਾ ਮਤਲਬ ਨਿੱਕੀ ਦੀ ਮੱਛੀ, ਚੀਵਰ ਦਾ ਮਤਲਬ ਮੱਛੀ ਫੜਨ ਵਾਲਾ ਮਾਛੀ, ਕਾਲ ਦਾ ਮਤਲਬ ਮੌਤ, ਆਤਮਕ ਮੌਤ, ਤ੍ਰਿਸ਼ਨਾ। ਤਾਂ ਇਹ ਜਿੰਦ ਮਾਨੋ ਇੱਕ ਨਿੱਕੀ ਜੀ ਮੱਛੀ ਹੈ, ਜਿਵੇਂ ਪਾਣੀ ਦੇ ਅੰਦਰ ਮੱਛੀ ਵਿਚਰ ਰਹੀ ਹੈ ਬੇਪਰਵਾਹ, ਤੇ ਅਚਨਚੇਤ ਮਾਛੀ ਆਣ ਕੇ ਜਾਲ ਪਾ ਲੈਂਦਾ ਹੈ, ਤੇ ਮੱਛੀ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ, ਜਾਲ ਵਿੱਚ ਫਸ ਜਾਂਦੀ ਤੇ ਮੌਤ ਹੋ ਜਾਂਦੀ। ਗੁਰੂ ਜੀ ਕਹਿੰਦੇ ਨੇ, ਇਹ ਜਿੰਦ ਵੀ ਮਨੁੱਖ ਦੀ ਇੱਕ ਨਿੱਕੀ ਜੀ ਮੱਛੀ ਹੈ, ਤੇ ਆਤਮਕ ਮੌਤ ਲਿਆਉਣ ਵਾਲੀ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਜਾਲ ਪਾਉਣ ਵਾਲਾ ਮਾਛੀ ਹੈ, ਚੀਵਰ ਹੈ, ਜਿਹੜਾ ਮੱਛੀਆਂ ਫੜਦਾ ਹੈ। ਤ੍ਰਿਸ਼ਨਾ ਇਸ ਮੱਛੀ ਨੂੰ ਫੜਨ ਵਾਲੀ ਹੈ, ਜਿੰਦ ਨੂੰ ਫਸਾਉਣ ਵਾਲੀ ਹੈ। ਮਨੁਆ ਅੰਧ ਨਾ ਚੇਤਈ
ਪੜੈ ਅਚਿੰਤਾ ਜਾਲ। ਮਨੁਆ ਦਾ ਮਤਲਬ ਮੂਰਖ ਮਨੁੱਖ, ਮੂਰਖ ਮਨ। ਮਨੁਆ ਦਾ ਮਤਲਬ ਮੂਰਖ ਮਨ। ਅਚਿੰਤਾ ਦਾ ਮਤਲਬ ਅਚਨਚੇਤ, ਬੇਖਬਰ, ਬੇਪਰਵਾਹ। ਮੂਰਖ ਮਨ ਤ੍ਰਿਸ਼ਨਾ ਦੇ ਅੰਦਰ ਅੰਨਾ ਹੋਇਆ ਹੋਇਆ ਹੈ, ਰੱਬੀ ਗੁਣਾਂ ਨੂੰ ਯਾਦ ਨਹੀਂ ਰੱਖਦਾ, ਤੇ ਬੇਖਬਰੀ ਦੇ ਵਿੱਚ ਹੀ ਆਤਮਕ ਮੌਤ ਦਾ ਜਾਲ ਇਹਦੇ ਉੱਤੇ ਆ ਪੈਂਦਾ। ਇਹਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਆਤਮਕ ਮੌਤ ਤੇ ਕਦੋਂ ਮਰ ਗਿਆ, ਮੇਰੀ ਇਨਸਾਨੀਅਤ ਕਦੋਂ ਖਤਮ ਹੋ ਗਈ ਹੈ। ਤ੍ਰਿਸ਼ਨਾ ਦੇ ਅੰਦਰ ਐਸਾ ਉਲਝਦਾ ਹੈ, ਐਸਾ ਬੇਖਬਰ ਹੁੰਦਾ ਹੈ, ਐਸਾ ਗਾਫਲ ਹੋ ਜਾਂਦਾ ਹੈ ਕਿ ਇਹਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੀ ਆਤਮਕ ਮੌਤ ਕਦੋਂ ਹੋ ਗਈ। ਐਸਾ ਜਾਲ ਪੈਂਦਾ ਹੈ। ਔਰ ਹਕੀਕਤ ਹੈ, ਜੇ ਬੰਦਾ ਸੁਚੇਤ ਨਾ ਰਹੇ, ਨਿੱਕੇ ਨਿੱਕੇ ਜਦੋਂ ਅਸੀਂ ਝੂਠ ਬੋਲਦੇ ਹਾਂ ਤਾਂ ਆਤਮਕ ਮੌਤ ਤਾਂ ਉਦੋਂ ਹੋ ਗਈ ਹੁੰਦੀ ਹੈ। ਜਦੋਂ ਅਸੀਂ ਬੇਗਾਨੀ ਧੀ ਭੈਣ ਵੱਲ ਵੇਖਦੇ ਹਾਂ, ਆਤਮਕ ਮੌਤ ਤੇ ਉਦੋਂ ਹੋ ਗਈ ਹੁੰਦੀ ਹੈ। ਜਦੋਂ ਅਸੀਂ ਬੇਗਾਨਾ ਹੱਕ ਖਾਂਦੇ ਹਾਂ, ਆਤਮਕ ਮੌਤ ਤੇ ਹੋ ਜਾਂਦੀ ਹੈ। ਬੰਦੇ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਇਨਸਾਨੀਅਤ ਤੋਂ ਗਿਰਦਾ ਗਿਰਦਾ ਇੱਥੋਂ ਤੱਕ ਗਿਰ ਗਿਆ ਕਿ ਇਹਦੀਆਂ ਚੋਰੀਆਂ ਕੁੱਤੇ ਲੱਭਣ ਲੱਗ ਪਏ ਨੇ। ਕੁੱਤੇ ਸੁੰਘ ਕੇ ਦੱਸਦੇ ਨੇ ਇਹ ਬੰਦਾ ਚੋਰ ਹੈ, ਕੁੱਤਾ ਸੁੰਘ ਕੇ ਦੱਸ ਰਿਹਾ ਹੈ ਇਹ ਬੰਦਾ ਡਾਕੂ ਹੈ, ਕਾਤਲ ਹੈ। ਕਿੰਨਾ ਗਿਰ ਗਿਆ ਨਾ ਬੰਦਾ। ਆਤਮਕ ਮੌਤ ਦਾ ਜਾਲ ਕਦੋਂ ਪੈ ਗਿਆ ਪਤਾ ਹੀ ਨਹੀਂ ਲੱਗਾ। ਪਤਾ ਹੀ ਨਹੀਂ ਲੱਗਾ ਬੰਦਾ ਆਤਮਕ ਜੀਵਨ ਤੋਂ ਕਦੋਂ ਗਿਰ ਗਿਆ। ਬੇਖਬਰੀ ਦੇ ਵਿੱਚ ਹੀ ਧਰਮ ਦੇ ਨਾਮ ਤੇ ਕਿੰਨੇ ਕਤਲ ਕਰ ਦਿੱਤੇ ਨੂੰ ਪਤਾ ਹੀ ਨਹੀਂ ਹੈ ਕਿ ਮੈਂ ਕਰ ਕੀ ਰਿਹਾ। ਨਾਨਕ ਚਿੱਤ ਅਚੇਤ ਹੈ, ਚਿੰਤਾ ਬੱਧਾ ਜਾਏ। ਬੱਧਾ ਨਹੀਂ ਪੜਨਾ, ਬੱਧਾ। ਅਚੇਤ ਦਾ ਮਤਲਬ ਗਾਫਲ, ਲਾਪਰਵਾਹ। ਤ੍ਰਿਸ਼ਨਾ ਵਿੱਚ ਫਸਿਆ ਮਨ ਗਾਫਲ ਹੋ ਰਿਹਾ ਹੈ। ਚਿੰਤਾ ਬੱਧਾ ਜਾਏ ਦਾ ਮਤਲਬ ਹਮੇਸ਼ਾ ਚਿੰਤਾਵਾਂ ਦੇ ਵਿੱਚ ਜਕੜਿਆ ਜਾ ਰਿਹਾ ਹੈ, ਚਿੰਤਾਵਾਂ ਦੇ ਵਿੱਚ ਫਸਦਾ ਜਾ ਰਿਹਾ ਹੈ। ਕੋਈ ਨਾ ਕੋਈ ਨਵੀਂ ਚਿੰਤਾ, ਕੋਈ ਨਾ ਕੋਈ ਨਵਾਂ ਦੁੱਖ, ਕੋਈ ਨਵਾਂ ਕਲੇਸ਼ ਆਪਣੀ ਜ਼ਿੰਦਗੀ ਦੇ ਅੰਦਰ ਸਹੇੜੀ ਰੱਖਦਾ ਹੈ। ਤਾਂ ਇਹਦਾ ਇਲਾਜ ਕੀ ਹੈ? ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ। ਜੇ ਪ੍ਰਭੂ ਰਹਿਮਤ ਕਰੇ ਤਾਂ ਇਸ ਦੀ ਜਿੰਦ ਨੂੰ ਤ੍ਰਿਸ਼ਨਾ ਤੋਂ ਕੱਢ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਯਾਨੀ ਜੋ ਰਹਿਮਤ ਦੇ ਪਾਤਰ ਬਣਦੇ ਨੇ, ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਉਹ ਇਸ ਤ੍ਰਿਸ਼ਨਾ ਤੋਂ ਬਚ ਜਾਂਦੇ ਨੇ। ਉਹ ਰੱਬੀ ਗੁਣਾਂ ਦੇ ਨਾਲ ਜੁੜਦੇ ਨੇ ਔਰ ਉਹ ਰੱਬ ਦੇ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦੇ ਨੇ। ਪੌੜੀ। ਸੇ ਜਨ ਸਾਚੇ ਸਦਾ ਸਦਾ, ਜਿਨਨੀ ਹਰ ਰਸ ਪੀਤਾ। ਜਿਨ੍ਹਾਂ ਮਨੁੱਖਾਂ ਨੇ ਹਰੀ ਦਾ ਰਸ ਮਾਣਿਆ ਹੈ, ਉਹ ਮਨੁੱਖ ਸਦਾ ਹੀ ਸੱਚੇ ਨੇ, ਸਦਾ ਹੀ ਸੱਚੇ ਨੇ, ਅਸਲੀ ਇਨਸਾਨ ਨੇ ਉਹ। ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ ਜਿਨ੍ਹਾਂ ਨੇ ਹਰ ਰਸ ਪੀਤਾ ਹੈ। ਹਰ ਰਸ ਪੀਣ ਦਾ ਮਤਲਬ ਰੱਬੀ ਗੁਣਾਂ ਦੇ ਉੱਤੇ ਅਮਲ ਕਰਨਾ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਿਆਂ ਜਿਹੜਾ ਸੁੱਖ ਔਰ ਖੁਸ਼ੀ ਮਿਲਦੀ ਹੈ, ਉਹਨੂੰ ਹਰੀ ਦਾ ਰਸ ਕਹਿੰਦੇ ਨੇ, ਰੱਬੀ ਗੁਣਾਂ ਦਾ ਰਸ। ਜਿਵੇਂ ਜੇ ਅਸੀਂ ਸੱਚ ਬੋਲੀਏ, ਪਿਆਰ ਨਾਲ ਰਹੀਏ, ਇੱਕ ਦੂਜੇ ਦੀ ਹੈਲਪ ਕਰੀਏ, ਚੰਗੀ ਜ਼ਿੰਦਗੀ ਜੀਵੀਏ, ਐਸੀ ਜ਼ਿੰਦਗੀ ਜੀਣ ਨਾਲ ਜਿਹੜੀ ਖੁਸ਼ੀ ਮਿਲੇਗੀ, ਉਸ ਖੁਸ਼ੀ ਦਾ ਨਾਮ ਹਰੀ ਦਾ ਰਸ ਹੈ। ਯਾਨੀ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨ ਦਾ ਜੋ ਰਿਜ਼ਲਟ ਨਿਕਲੇਗਾ ਜੀਵਨ ਦਾ, ਉਹ ਹਰੀ ਦਾ ਰਸ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਹ ਇਨਸਾਨ ਹਮੇਸ਼ਾ ਸੱਚੇ ਨੇ, ਰੱਬ ਦਾ ਰੂਪ ਨੇ, ਜਿਨ੍ਹਾਂ ਨੇ ਹਰੀ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਅਮਲ ਵਿੱਚ ਲਿਆ ਕੇ ਤੇ ਉਸ ਰਸ ਨੂੰ, ਸੁੱਖ ਨੂੰ ਮਾਣਿਆ ਹੈ। ਗੁਰਮੁਖ ਸੱਚਾ ਮਨ ਵਸੈ, ਸੱਚ ਸੌਦਾ ਕੀਤਾ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੇ ਰਾਹਾਂ ਤੇ ਤੁਰਿਆ। ਸੱਚਾ ਪ੍ਰਭੂ ਮਨ ਵਿੱਚ ਆਵਸਦਾ ਹੈ, ਤੇ ਜਿਨ੍ਹਾਂ ਦੇ ਮਨ ਵਿੱਚ ਸੱਚਾ ਪ੍ਰਭੂ ਆਵਸਦਾ ਹੈ, ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਸੱਚ ਸੌਦਾ ਕੀਤਾ। ਉਹ ਸੱਚਾ ਵਣਜ ਕਰਦੇ ਨੇ, ਸੱਚਾ ਸੌਦਾ ਕਰਦੇ ਨੇ, ਭਾਵ ਸੱਚੀ ਜ਼ਿੰਦਗੀ ਜੀਂਦੇ ਨੇ, ਗੁਣਾਂ ਦਾ ਆਦਾਨ ਪ੍ਰਦਾਨ ਕਰਦੇ ਨੇ। ਉਹ ਮਨ ਬਚਨ ਕਰਮ ਕਰਕੇ ਸੱਚੀ ਜ਼ਿੰਦਗੀ ਜੀਂਦੇ ਨੇ। ਉਹਨਾਂ ਨੇ ਸੱਚ ਨੂੰ ਆਪਣੀ ਜ਼ਿੰਦਗੀ ਦਾ ਸੌਦਾ ਬਣਾਇਆ ਹੈ, ਪੂੰਜੀ ਬਣਾਇਆ ਹੈ। ਸਭ ਕੁਛ ਘਰ ਹੀ ਮਾਹੇ ਹੈ, ਵਡਭਾਗੀ ਲੀਤਾ। ਵਡਭਾਗੀ ਬਿੰਦੀ ਲਗਾ ਕੇ, ਵੱਡੇ ਭਾਗਾਂ ਵਾਲਿਆਂ ਨੇ। ਸਭ ਕੁਛ ਘਰ ਹੀ ਮਾਏ ਹੈ, ਜੋ ਕੁਛ ਵੀ ਹੈ, ਖੁਸ਼ੀ, ਆਨੰਦ, ਪ੍ਰਸੰਨਤਾ, ਖੇੜਾ, ਸਭ ਹਿਰਦੇ ਘਰ ਦੇ ਅੰਦਰ ਮੌਜੂਦ ਹੈ, ਬਾਹਰ ਨਹੀਂ ਹੈ, ਹਰ ਇੱਕ ਦੇ ਅੰਦਰ ਹੈ।
ਔਰ ਇਹ ਗੱਲ ਆਪਾਂ ਰੋਜ਼ ਸਾਂਝੀ ਕਰ ਰਹੇ ਹਾਂ ਕਿ ਜਿੰਨੇ ਵੀ ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧਰਮ ਆਦਿਕ, ਕੋਈ ਇੱਕ ਵੀ ਗੁਣ ਐਸਾ ਨਹੀਂ ਜਿਹੜਾ ਕਿਸੇ ਇਸਤਰੀ ਪੁਰਸ਼ ਦੇ ਅੰਦਰ ਨਾ ਹੋਵੇ। ਹਰ ਇੱਕ ਦੇ ਅੰਦਰ ਇਹ ਸੰਭਾਵਨਾ ਹੈ, ਹਰ ਇੱਕ ਦੇ ਅੰਦਰ ਇਨਸਾਨੀਅਤ ਦੀ ਸੰਭਾਵਨਾ ਹੈ। ਸਭ ਕੁਝ ਘਰ ਦੇ ਵਿੱਚ ਹੈ, ਜੋ ਵੀ ਤੁਸੀਂ ਚਾਹੋ ਉਹ ਪਾ ਸਕਦੇ ਹੋ। ਝੂਠ ਫਰੇਬ ਵੀ ਅੰਦਰ ਭਰਿਆ ਪਿਆ, ਜਿੰਨਾ ਮਰਜ਼ੀ ਕੋਈ ਬੋਲੀ ਜਾਏ। ਸਤ ਸੰਤੋਖ ਵੀ ਅੰਦਰ ਭਰੇ ਪਏ ਨੇ, ਜਿੰਨੇ ਮਰਜ਼ੀ ਮਤਲਬ ਇਹਨਾਂ ਗੁਣਾਂ ਨੂੰ ਯੂਜ਼ ਕਰੇ। ਪਿਆਰ ਦੇ ਅੰਦਰ ਸਾਗਰ ਨੇ ਤੇ ਈਰਖਾ ਦੇ ਵੀ ਸਾਗਰ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ, ਜਿੰਨੇ ਮਰਜ਼ੀ ਔਗਣ ਕਮਾਈ ਜਾਓ। ਤੇ ਇੰਨੇ ਗੁਣ ਨੇ ਕਿ ਜਿੰਨੇ ਮਰਜ਼ੀ ਗੁਣਾਂ ਦੇ ਧਾਰਨੀ ਹੋ ਜਾਓ। ਸਭ ਕੁਝ ਘਰ ਵਿੱਚ ਹੈ, ਦੁੱਖ ਵੀ ਸੁੱਖ ਵੀ। ਚੁਆਇਸ ਬੰਦੇ ਦੀ ਹੈ ਕਿ ਉਹ ਕੀ ਚੁਣੇਗਾ, ਇਨਸਾਨੀਅਤ ਜਾਂ ਗੈਰ ਇਨਸਾਨੀਅਤ, ਸੁੱਖ ਜਾਂ ਦੁੱਖ, ਉੱਚਾ ਆਚਰਨ ਜਾਂ ਨੀਵਾਂ ਗਿਰਿਆ ਆਚਰਨ, ਉੱਚੀ ਸੋਚ ਜਾਂ ਗਿਰੀ ਹੋਈ ਸੋਚ। ਤਾਂ ਗੁਰੂ ਜੀ ਕਹਿੰਦੇ ਨੇ ਸਭ ਕੁਝ ਘਰ ਦੇ ਅੰਦਰ ਹੈ, ਆਤਮਿਕ ਜੀਵਨ ਹੈ, ਸਤ ਸੰਤੋਖ ਆਦਿਕ ਗੁਣ ਨੇ। ਵੱਡੇ ਭਾਗਾਂ ਵਾਲਿਆਂ ਨੇ ਆਪਣੇ ਅੰਦਰੋਂ ਹਾਸਲ ਕਰ ਲਿਆ ਹੈ। ਵੱਡੇ ਭਾਗਾਂ ਵਾਲਿਆਂ ਦਾ ਮਤਲਬ ਜਿਨ੍ਹਾਂ ਨੇ ਉਦਮ ਕੀਤਾ, ਉਹਨਾਂ ਨੇ ਹਾਸਲ ਕਰ ਲਿਆ। ਅੰਤਰ ਤ੍ਰਿਸ਼ਨਾ ਮਰ ਗਈ, ਹਰ ਗੁਣ ਗਾਵੀਤਾ। ਗਾਵੀਤਾ ਦਾ ਮਤਲਬ ਗਾਵਿਆਂ। ਪ੍ਰਭੂ ਦੇ ਗੁਣ ਗਾ ਕੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮਰ ਜਾਂਦੀ ਹੈ। ਤਾਂ ਤ੍ਰਿਸ਼ਨਾ ਜੇ ਹੈ ਤਾਂ ਮਰ ਸਕਦੀ ਹੈ। ਤ੍ਰਿਸ਼ਨਾ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਖਤਮ ਕੀਤਾ ਜਾ ਸਕਦਾ ਹੈ। ਜੇ ਬੰਦਾ ਸੰਤੋਖ ਦਾ ਧਾਰਨੀ ਹੋ ਜਾਏ ਤਾਂ ਤ੍ਰਿਸ਼ਨਾ ਖਤਮ ਹੋ ਜਾਏ। ਇੱਕ ਹੀ ਚੀਜ਼ ਅੰਦਰ ਰਹੇਗੀ, ਜਾਂ ਤ੍ਰਿਸ਼ਨਾ ਜਾਂ ਸੰਤੋਖ। ਚੋਣ ਬੰਦੇ ਦੀ ਆਪਣੀ ਹੈ ਕਿ ਚੋਣ ਕਿਹੜੀ ਕਰੇਗਾ ਨਾ, ਚੋਣ ਤੇ ਡਿਪੈਂਡ ਕਰਦਾ ਹੈ। ਇੱਕ ਜਗ੍ਹਾ ਤੇ ਇੱਕ ਚੀਜ਼ ਰਹੇਗੀ, ਜਾਂ ਚਾਨਣ ਜਾਂ ਹਨੇਰਾ, ਚਾਨਣ ਜਾਂ ਹਨੇਰਾ। ਇੱਕ ਟਾਈਮ ਦੇ ਅੰਦਰ ਇੱਕ ਹੀ ਚੀਜ਼ ਰਹੇਗੀ, ਜਾਂ ਸੱਚ ਜਾਂ ਝੂਠ। ਜਦੋਂ ਮੈਂ ਝੂਠ ਬੋਲ ਰਿਹਾ ਉਦੋਂ ਸਿਰਫ ਮੇਰੀ ਜ਼ਬਾਨ ਤੇ ਝੂਠ ਹੈ, ਤੇ ਜਦੋਂ ਮੈਂ ਸੱਚ ਬੋਲਦਾ ਉਦੋਂ ਸਿਰਫ ਮੇਰੀ ਜ਼ਬਾਨ ਤੇ ਸੱਚ ਹੈ। ਹੁਣ ਇਹ ਮੇਰੇ ਤੇ ਡਿਪੈਂਡ ਕਰਦਾ ਹੈ ਕਿ ਮੈਂ ਸੱਚ ਨੂੰ ਅਪਣਾਉਣਾ ਚਾਹੁੰਦਾ ਜਾਂ ਝੂਠ ਨੂੰ, ਤ੍ਰਿਸ਼ਨਾ ਨੂੰ ਅਪਣਾਉਣਾ ਚਾਹੁੰਦਾ ਹਾਂ ਜਾਂ ਸੰਤੋਖ ਨੂੰ। ਤਾਂ ਜਿਨ੍ਹਾਂ ਨੇ ਹਰੀ ਦੇ ਗੁਣ ਗਾਏ, ਯਾਨੀ ਹਰੀ ਦੇ ਗੁਣਾਂ ਨੂੰ ਇੰਪਲੀਮੈਂਟ ਕੀਤਾ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮਰ ਗਈ। ਆਪੇ ਮੇਲ ਮਿਲਾਇਨ, ਆਪੇ ਦੇ ਬੁਝਾਈ। ਬੁਝਾਈ ਦਾ ਮਤਲਬ ਮਤ ਸਮਝ। ਗੁਰੂ ਦੇ ਦੱਸੇ ਰਾਹਾਂ ਤੇ ਤੋਰ ਕੇ ਪ੍ਰਭੂ ਆਪ ਹੀ ਇਹ ਮਤ ਬਖਸ਼ਦਾ ਹੈ, ਆਪ ਹੀ ਇਹ ਸੁਮਤ ਬਖਸ਼ਦਾ ਹੈ, ਔਰ ਫਿਰ ਇਹ ਸੁਮਤ ਬਖਸ਼ ਕੇ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਤਾਂ ਰੱਬ ਦੇ ਨਾਲ ਮਿਲਣ ਦਾ, ਰੱਬ ਵਰਗੇ ਹੋਣ ਦਾ ਇੱਕੋ ਹੀ ਸਾਧਨ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ। ਗਿਆਨ ਗੁਰੂ ਦੀ ਅਗਵਾਈ ਵਿੱਚ ਜੀਵਨ ਜੀਣਾ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ, ਭਲੇ ਬੁਰੇ ਦੀ ਪਹਿਚਾਨ ਕਰਕੇ ਬੁਰੇ ਨੂੰ ਛੱਡ ਕੇ ਚੰਗੇ ਨੂੰ ਅਪਣਾ ਲੈਣਾ, ਝੂਠ ਨੂੰ ਛੱਡ ਕੇ ਸੱਚ ਨੂੰ ਅਪਣਾ ਲੈਣਾ। ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੋਰ ਕੇ ਪ੍ਰਭੂ ਆਪ ਹੀ ਇਹ ਸੁਮਤ ਬਖਸ਼ਦਾ ਹੈ, ਸੂਝ ਬਖਸ਼ਦਾ ਹੈ, ਕਾਮਨ ਸੈਂਸ ਬਖਸ਼ਦਾ ਹੈ, ਔਰ ਫਿਰ ਆਪ ਹੀ ਉਹ ਪ੍ਰਭੂ ਜੋ ਹੈ ਆਪਣੇ ਨਾਲ ਮਿਲਾ ਲੈਂਦਾ ਹੈ। ਤਾਂ ਹੁਣ ਇਹ ਚੋਣ ਬੰਦੇ ਦੀ ਆਪਣੀ ਹੈ ਕਿ ਉਹ ਰੱਬ ਦੇ ਵਿੱਚ ਮਿਲ ਕੇ ਰੱਬ ਵਰਗਾ ਹੋਣਾ ਚਾਹੁੰਦਾ ਹੈ, ਜਾਂ ਕਿ ਵਿਕਾਰਾਂ ਦੇ ਅੰਦਰ ਮਿਲ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਜੇ ਕੋਈ ਚਾਹੁੰਦਾ ਹੈ ਕਿ ਮੈਂ ਰੱਬ ਵਿੱਚ ਮਿਲ ਕੇ ਰੱਬ ਵਰਗਾ ਹੋ ਜਾਵਾਂ, ਤਾਂ ਉਸ ਇਨਸਾਨ ਨੂੰ ਚਾਹੀਦਾ ਹੈ ਉਹ ਗਿਆਨ ਗੁਰੂ ਦੀ ਅਗਵਾਈ ਵਿੱਚ ਤੁਰੇ, ਪਾਵਨ ਬਾਣੀ ਨੂੰ ਆਪ ਪੜ੍ਹੇ ਵਿਚਾਰੇ, ਔਰ ਗੁਰਬਾਣੀ ਦੇ ਜੀਵਨ ਨੂੰ ਅਪਣਾਏ, ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰੇ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ। ਉਹਦੀਆਂ ਚਿੰਤਾਵਾਂ, ਚੋਰੇ ਕਾੜੇ ਅੰਦੇਸ਼ੇ ਮਿਟ ਜਾਣਗੇ। ਉਸ ਮਨੁੱਖ ਦੀ ਜ਼ਿੰਦਗੀ ਅੰਦਰ ਖੁਸ਼ੀ, ਖੇੜੇ, ਆਨੰਦ, ਪ੍ਰਸੰਨਤਾ ਆ ਜਾਏਗੀ, ਔਰ ਉਹ ਇਨਸਾਨ ਰੱਬ ਵਰਗਾ ਹੋ ਜਾਏਗਾ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ, ਔਰ ਇਸ ਵਿਚਾਰ ਦੇ ਅੰਦਰ ਜੇ ਕਿਸੇ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਆਪਣੇ ਵਿਚਾਰ ਦੇ ਸਕਦੇ ਹੋ। ਅਗਲੀ ਕਲਾਸ ਦੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ